ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਆਲ ਇੰਡੀਆ ਸਿੱਖ ਫੈਡਰੇਸ਼ਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਜੀ। ਜਿੱਦਾਂ ਕਿ ਆਪ ਦੇਖ ਰਹੇ ਹੋ, ਬੈਂਕ ਅਕਾਊਂਟ ਨੰਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਦੇ ਬੈਂਕ ਨੰਬਰ ਆਪ ਜੀ ਦੀ ਸਕਰੀਨ ਦੇ ਉੱਤੇ ਹੈ ਜੀ। ਨਵੇਂ ਦਰਬਾਰ ਹਾਲ ਦੀ ਉਸਾਰੀ ਚੱਲ ਰਹੀ ਹੈ। ਉਸ ਦੇ ਵਿੱਚ ਤਨ ਮਨ ਅਤੇ ਧਨ ਦੀ ਸੇਵਾ ਆਪ ਜੀ ਕਰ ਆਪਣਾ ਯੋਗਦਾਨ ਪਾ ਸਕਦੇ ਹੋ। ਧਨ ਦੀ ਸੇਵਾ ਲਈ ਆਪ ਜੀ ਜੋ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਆਪਣੀ ਧਨ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए ਸਰਵਣ ਕਰੀਏ ਕਥਾ ਵਿਚਾਰ ਗਿਆਨੀ ਜਤਿੰਦਰਪਾਲ ਸਿੰਘ ਜੀ ਵੱਲੋਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਦਰ ਦਰ ਵਾਜੈ ਜਾਇ ਕੈ, ਕਿਉ ਡਿਠੋ ਘੜੀਆਲ। ਓਹ ਨਿਦੋਸਾ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਓਹ ਨਿਦੋਸਾ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात न पूछता, गुर सतगुर संग कीरे हम थापे। जुगो जुग अटल धन धन साहिब श्री गुरु ग्रंथ साहिब सच्चे पातशाह महाराज ਸੰਪੂਰਨ ਕਾਇਨਾਤ ਦੇ ਸਾਂਝੇ ਰਹਿਬਰ, ਜਿਨ੍ਹਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਨਾਲ ਆਪ ਜੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਤੋਂ ਜੁੜੇ ਹੋ। ਵਡਭਾਗੇ ਹੋ ਜੋ ਕਿ ਬਾਣੀ ਦੇ ਨਾਲ ਆਪਣੇ ਜੀਵਨ ਦੀਆਂ ਬੁਰਾਈਆਂ ਨੂੰ ਹਿਰਦੇ ਰੂਪੀ ਘਰ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕਰ ਰਹੇ ਹੋ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਹ ਜੋ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਬਾਣੀ ਦੁਆਰਾ ਸਾਨੂੰ ਰੋਜ਼ਾਨਾ ਪ੍ਰਾਪਤ ਹੁੰਦੀ ਹੈ, ਸਤਿਗੁਰੂ ਦੀ ਬੜੀ ਕਿਰਪਾ ਹੈ ਜੋ ਕਿ ਰੋਜ਼ਾਨਾ ਸਾਨੂੰ ਸਤਿਗੁਰੂ ਮਹਾਰਾਜ ਜੀਵਨ ਨੂੰ ਘੜਨ ਦੇ ਲਈ ਰੋਜ਼ਾਨਾ ਨਵੇਂ ਤੋਂ ਨਵੇਂ ਢੰਗ ਦੱਸਦੇ ਨੇ, ਨਵੇਂ ਤੋਂ ਨਵੇਂ ਤਰੀਕੇ। ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਰੋਜ਼ਾਨਾ ਉਹ ਕਦੇ ਪੁਰਾਣਾ ਨਹੀਂ, ਬਾਣੀ ਨੂੰ ਰੋਜ਼ਾਨਾ ਪੜ੍ਹੋ ਤੇ ਕੋਈ ਨਾ ਕੋਈ ਉਹਦੇ ਵਿੱਚੋਂ ਨਵੀਂ ਗੱਲ ਮਿਲਦੀ ਹੈ, ਕਦੇ ਪੁਰਾਣਾ ਹੋ ਹੀ ਨਹੀਂ ਸਕਦਾ। ਸੋ ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨ ਦੇ ਵਿੱਚ ਹਾਜ਼ਰੀਆਂ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਮਨ ਨੂੰ ਇਕਾਗਰ ਕਰਦਿਆਂ ਹੋਇਆਂ ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਹੁਕਮ ਦੇ ਰੂਪ ਦੇ ਵਿੱਚ, ਇਹ ਸੋਰਠ ਰਾਗ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ
ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 601 ਉੱਪਰ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। 602 ਅੰਗ ਉੱਪਰ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੀ ਹੈ। ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਦੇ ਵਿੱਚ ਫਰਮਾਉਂਦੇ ਹਨ, ਸੋਰਠ ਮਹੱਲਾ ਤੀਜਾ, ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਪਹਿਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ, ਕੇਵਲ ਉਹੀ ਚੰਗਾ ਸ਼ਿਸ਼ਯ, ਮਿੱਤਰ, ਸਖਾ, ਬੰਧਪ ਸੰਬੰਧੀ ਅਤੇ ਭਰਾ ਭਾਈ, ਕੇਵਲ ਉਹੀ ਹੈ ਜਿਹੜਾ ਗੁਰੂ ਦੀ ਰਜ਼ਾ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ। ਹਾਲਾਂਕਿ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਇਸ਼ਾਰਾ ਵੀ ਦਿੱਤਾ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਇਸ ਕਰਕੇ ਕਹਿਣਾ ਪਿਆ ਕਿ ਜੇਕਰ ਇੱਕ ਜਮਾਤ ਦੇ ਵਿੱਚ, ਇੱਕ ਸਕੂਲ ਦੇ ਵਿੱਚ ਸਾਰੇ ਪੜ੍ਹਦੇ ਹੋਣ, ਪਰ ਹੁਣ ਪਿਆਰਾ ਕਿਹੜਾ ਬੱਚਾ ਹੋਵੇਗਾ? ਇਹ ਥੋੜੀ ਹੈ ਜਿਹਦੇ ਡਰੈਸ ਵਧੀਆ ਪਾਈ ਹੋਵੇ, ਕੱਪੜੇ ਵੀ ਪ੍ਰੈਸ ਕੀਤੇ ਹੋਣ, ਸਕੂਲ ਦੇ ਵਿੱਚ ਵੀ ਰੋਜ਼ ਆਉਂਦਾ, ਹਾਜ਼ਰੀ ਲਾਉਂਦਾ, ਸਕੂਲ ਦੇ ਵਿੱਚ ਰੋਜ਼ਾਨਾ ਹਾਜ਼ਰੀ ਲਾ ਰਿਹਾ ਹੈ, ਸਾਰੇ ਕੰਮ ਕਰ ਰਿਹਾ ਹੈ, ਪਰ ਇੱਕ ਚੀਜ਼ ਸਾਂਝ ਬਣਾਉਂਦੀ ਹੈ ਗੁਰੂ ਦੇ ਨਾਲ, ਜਿਹੜਾ ਗੁਰੂ ਉਹਨੂੰ ਕੰਮ ਦਿੰਦਾ ਉਹ ਕਰਦਾ ਨਹੀਂ। ਭਾਵ ਕਿ ਗੁਰੂ ਦਾ ਬਚਨ ਮੰਨਦਾ ਨਹੀਂ। ਹੁਣ ਟੀਚਰ ਜਿਹੜਾ ਕਹਿ ਰਿਹਾ ਕਿ ਤੂੰ ਪੜ੍ਹ, ਉਹ ਪੜ੍ਹੇ ਹੈ ਨਾ, ਬਾਕੀ ਸਾਰੇ ਕੰਮ ਕਰੇ ਸਕੂਲ ਦੇ ਵਿੱਚ, ਸੇਵਾ ਵੀ ਬੜੀ ਤਕੜੀ ਹੋ ਕੇ ਕਰੇ, ਸਫਾਈ ਝਾੜੂ ਵੀ ਮਾਰੇ ਸਕੂਲ ਦੇ ਵਿੱਚ, ਪਰ ਜੋ ਉਸ ਨੂੰ ਪੜ੍ਹਾਈ ਨੇ ਦੇ ਦੇਣਾ, ਜੀਵਨ ਦੀ ਘਾੜ ਤੋਂ ਉਸ ਦੀ ਪੜ੍ਹਾਈ ਨੇ ਘੜਨੀ ਹੈ। ਆਗਿਆਕਾਰੀ ਵੀ ਹੋਵੇ ਪਰ ਪੜ੍ਹਾਈ ਕਰੇ ਨਾ, ਤੇ ਫਿਰ ਇਸ ਤਰ੍ਹਾਂ ਆ ਗੁਰੂ ਪਿਆਰ ਵਾਲਿਓ, ਜਿਸ ਤਰ੍ਹਾਂ ਕਿ ਕੇਵਲ ਆਪਣੇ ਜੀਵਨ ਦੇ ਵਿੱਚ ਦੁਨਿਆਵੀ ਤੌਰ ਤੇ ਅਸੀਂ ਐਕਟਿਵ ਰੱਖ ਰਹੇ ਹਾਂ ਸਰੀਰ ਨੂੰ, ਪਰ ਅੰਦਰੂਨੀ ਤੌਰ ਤੇ ਕੋਈ ਮੁਕਾਮ ਹਾਸਿਲ ਨਹੀਂ ਹੋਇਆ। ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਫਿਰ ਅਗਲੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਿਹੜਾ ਆਪਣੀ ਮਰਜ਼ੀ ਅਨੁਸਾਰ ਚੱਲਦਾ ਨਾ, ਵੱਖਰਾ ਹੋ ਕੇ ਚੱਲਦਾ, ਉਹ ਵਿਛੜ ਕੇ ਚੋਟਾਂ ਖਾਂਦਾ। ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ ਦੋ ਰਾਗੀ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਵੀ ਸਰੰਦੇ ਦੇ ਬਾ ਕਮਾਲ ਉਸਤਾਦ ਸਨ। ਆਪ ਸਰੰਦੇ ਨਾਲ ਕੀਰਤਨ ਕਰਿਆ ਕਰਦੇ ਸਨ ਤੇ ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ, ਇਹਨਾਂ ਦੀ ਲੜਕੀ ਦਾ ਵਿਆਹ ਗੁਰੂ ਮਹਾਰਾਜ ਦੇ ਪਾਸ ਬੇਨਤੀ ਕੀਤੀ ਕਿ ਕਿਰਪਾ ਕਰੋ ਸਤਿਗੁਰੂ, ਸਾਡੀ ਮਦਦ ਹੋ ਜਾਵੇ। ਸਤਿਗੁਰੂ ਮਹਾਰਾਜ ਨੇ ਆਖਿਆ, ਕਿਤਨੀ ਚਾਹੀਦੀ ਹੈ ਆਪ ਜੀ ਦੱਸੋ ਤੇ ਮੈਂ ਮਦਦ ਕਰਨ ਨੂੰ ਤਿਆਰ ਹਾਂ। ਕਹਿਣ ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਦਾ ਚੜਾਵਾ ਹੋ ਜਾਵੇ ਬਸ। ਸਤਿਗੁਰੂ ਮਹਾਰਾਜ ਨੇ ਫਿਰ ਦੁਬਾਰਾ ਬਚਨ ਕੀਤਾ, ਇੱਕ ਦਿਨ ਦਾ ਚੜਾਵਾ। ਆਪ ਜੀ ਮਾਇਆ ਦੱਸੋ ਕਿਤਨੀ ਚਾਹੀਦੀ ਹੈ ਤੇ ਉਤਨੀ ਮਾਇਆ ਨਾਲ ਆਪ ਜੀ ਦੀ ਮਦਦ ਹੋ ਜਾਵੇਗੀ। ਪਰ ਨਹੀਂ, ਕਹਿਣ ਲੱਗੇ ਸਾਨੂੰ ਇੱਕ ਦਿਨ ਦਾ ਚੜਾਵਾ ਬਹੁਤ ਹੈ।
ਹੁਣ ਗੁਰੂ ਪਿਆਰ ਵਾਲਿਓ, ਇੱਕ ਦਿਨ ਦਾ ਚੜਾਵਾ ਬਹੁਤ ਹੁੰਦਾ ਹੋਣਾ ਉਸ ਜ਼ਮਾਨੇ ਦੇ ਵਿੱਚ। ਤਦੇ ਉਹਨਾਂ ਨੇ ਆਖ ਦਿੱਤਾ, ਲਾਲਚ ਸੀ, ਗੁਰੂ ਦਾ ਹੁਕਮ ਨਹੀਂ ਜੇ ਮੰਨਿਆ, ਆਪਣੀ ਮੱਤ ਅੱਗੇ ਰੱਖ ਲਈ ਕਿ ਸਾਨੂੰ ਇੱਕ ਦਿਨ ਦਾ ਚੜਾਵਾ ਚਾਹੀਦਾ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ ਭਾਈ, ਇਸੇ ਤਰ੍ਹਾਂ ਹੋਵੇਗਾ। ਕੀਰਤਨ ਕਰਿਆ ਹੈ। ਜਦੋਂ ਚੜਾਵਾ ਲੈ ਕੇ ਆਏ ਨੇ, ਉਹ ਚੜਾਵਾ ਬਹੁਤ ਘੱਟ, ਤੇ ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਆਪਣੇ ਮਰਜ਼ੀ ਦੇ ਮੁਤਾਬਕ ਕੋਈ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਕਰਦੇ ਆ ਨਾ, ਉਹਦੇ ਵਿੱਚ ਘਾਟੇ ਪੈਂਦੇ ਨੇ। ਜਿਹੜਾ ਗੁਰੂ ਦੀ ਮਰਜ਼ੀ ਨਾਲ ਹੁੰਦਾ, ਉਹ ਬਖਸ਼ਿਸ਼ਾਂ ਦੀ ਰਹਿਮਤ ਦਾ ਅੰਤ ਕੋਈ ਨਹੀਂ, ਉਹ ਬੇਅੰਤ ਹੈ। ਫਿਰ ਦੁਬਾਰਾ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਕੱਲ ਦੇ ਦਿਨ ਦਾ ਮਹਾਰਾਜ ਹੋਰ ਚੜਾਵਾ ਸਾਨੂੰ ਚਾਹੀਦਾ ਬਸ। ਸਤਿਗੁਰੂ ਮੁਸਕਰਾਏ, ਫੇਰ ਕਹਿਣ ਲੱਗੇ ਕਿ ਆਪ ਜੀ ਦੱਸ ਦੇਵੋ ਕਿਤਨੀ ਮਾਇਆ ਦੀ ਲੋੜ ਹੈ। ਨਹੀਂ, ਇੱਕ ਦਿਨ ਦਾ ਹੋਰ ਚੜਾਵਾ ਬਸ। ਅਗਲੇ ਦਿਨ ਫੇਰ ਕੀਰਤਨ ਕੀਤਾ ਹੈ, ਚੜਾਵਾ ਹੋਇਆ। ਜਦੋਂ ਚੜਾਵਾ ਦੇਖਿਆ, ਚੜਾਵਾ ਫੇਰ ਅੱਜ ਉਹਨਾਂ ਨੇ ਗੁਰੂ ਘਰ ਦੀ ਵਡਿਆਈ ਜਿਹੜੇ ਮੂੰਹ ਨਾਲ ਉਹਨਾਂ ਨੇ ਕੀਤੀ, ਉਸੇ ਮੂੰਹ ਨਾਲ ਅੱਜ ਨਿੰਦਿਆ ਕਰਨ ਲੱਗ ਪਏ। ਆਪਣੇ ਘਰ ਆ ਕੇ ਬੈਠ ਗਏ, ਹੰਕਾਰ ਕਰ ਲਿਆ ਮਨ ਦੇ ਵਿੱਚ ਕਿ ਦੇਖਾਂਗੇ ਗੁਰੂ ਘਰ ਦਾ ਕੀਰਤਨ ਕਿਸ ਤਰ੍ਹਾਂ ਹੋਵੇਗਾ ਜੇ ਅਸੀਂ ਨਹੀਂ ਜਾਵਾਂਗੇ। ਅਗਲੇ ਦਿਨ ਕੀਰਤਨ ਦੀ ਹਾਜ਼ਰੀ ਪਰ ਨਹੀਂ ਆਏ ਗੁਰੂ ਘਰ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ 3 ਵਾਰ ਚੱਲ ਕੇ ਗਏ। ਇਤਿਹਾਸਕਾਰ ਕਈ ਲਿਖਦੇ ਨੇ ਕਿੰਨਾ ਸਿੱਖ ਨਾਲ ਗੁਰੂ ਦਾ ਪਿਆਰ ਹੈ। ਸਿੱਖ ਟੁੱਟ ਜਾਂਦਾ, ਗੁਰੂ ਟੁੱਟਣ ਨਹੀਂ ਜੇ ਦਿੰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਟੁੱਟਣ ਨੂੰ ਤਿਆਰ ਹਾਂ, ਪਰ ਗੁਰੂ ਪਿਆਰ ਵਾਲਿਓ, ਗੁਰੂ ਇਤਨਾ ਸਮਰੱਥ ਹੈ, ਬਲਸ਼ਾਲੀ ਯੋਧਾ, ਇਤਨਾ ਸੂਰਮਾ ਸਾਡਾ ਗੁਰੂ। ਅਸੀਂ ਬਾਂਹ ਛਡਾਉਣ ਨੂੰ ਤਿਆਰ ਹੋ ਜਾਂਦੇ ਹਾਂ, ਪਰ ਉਹ ਬਾਂਹ ਨਹੀਂ ਜੇ ਸਾਡੀ ਛੱਡਦਾ। 3 ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗਏ ਨੇ। ਉਹਨਾਂ ਨੇ ਜਵਾਬ ਦੇ ਦਿੱਤਾ। ਕਹਿਣ ਲੱਗੇ, ਆਪ ਜੀ ਵਾਪਸ ਹੋ ਜਾਓ, ਅਸੀਂ ਆਪ ਜੀ ਨੂੰ ਆਪ ਜੀ ਨਾਲ ਗੱਲ ਨਹੀਂ ਕਰਨੀ ਚਾਹੁੰਦੇ। ਆਪ ਜੀ ਨੇ ਜ਼ਰੂਰ ਕੋਈ ਸ਼ਕਤੀ ਵਿਖਾਈ ਹੈ ਜਿਹਦੇ ਕਰਕੇ 2 ਦਿਨ ਦਾ ਚੜਾਵਾ ਹੋਇਆ ਹੀ ਨਹੀਂ। ਤੇ ਬੜਾ ਬੁਰਾ ਭਲਾ ਕਹਿ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਚੁੱਪ ਕਰ ਗਏ। ਉੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਵਾਪਸ ਦਰਬਾਰ ਦੇ ਵਿੱਚ ਆ ਗਏ। ਫਿਰ ਸਤਿਗੁਰੂ ਮਹਾਰਾਜ ਨੇ ਪੂਰੇ ਨਗਰ ਨੂੰ ਇਹ ਤਾਕੀਦ ਕਰ ਦਿੱਤੀ ਕਿ ਉਹਨਾਂ ਦੇ ਪਾਸ ਉਹਨਾਂ ਦੇ ਨਾਲ ਮਿਲਵਰਤਨ ਨਹੀਂ ਜੇ ਕਰਨਾ। ਕੀਰਤਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਖੁਦ ਕਰਨ ਲੱਗ ਪਏ। ਸੰਗਤ ਨਾਲ ਆਪ ਸਹਾਇਤਾ ਕਰਨ ਲੱਗ ਪਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਰੋਜ਼ਾਨਾ ਕੀਰਤਨ ਕਰਦੇ। ਇਹ ਹੁਕਮ ਵੀ ਹੈ ਕਿ ਕੋਈ ਵਰਤੇ ਨਾ। ਅਸੀਂ ਤੇ ਹੁਕਮ ਮੰਨਦੇ ਨਹੀਂ ਨਾ ਗੁਰੂ ਦਾ। ਅਸੀਂ ਤਾਂ ਬਹੁਤ ਕੁਝ ਮਨਮਤ ਦੇ ਹਿਸਾਬ ਨਾਲ ਚੱਲਦੇ ਆਂ, ਜਿਹਦੇ ਵਿੱਚ ਮੈਂ ਵੀ ਆਉਣਾ। ਗੁਰੂ ਪਿਆਰ ਵਾਲਿਓ, ਸਾਡੇ ਤੋਂ ਵੀ ਹੁੰਦੀ ਹੈ ਮਨਮਤ। ਗੁਰੂ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਕੋਈ ਇਹਨਾਂ ਨਾਲ ਵਰਤੇ ਨਾ। ਤੇ ਸਾਰੀ ਸੰਗਤ ਜਿਹੜੀ ਹੈ ਖਿੜੇ ਮੱਥੇ ਗੁਰੂ ਮਹਾਰਾਜ ਦਾ ਹੁਕਮ ਪ੍ਰਵਾਨ ਕਰ ਲਿਆ। ਕਿਸੇ ਨੇ ਵੀ ਉਹਨਾਂ ਦੇ ਨਾਲ ਵਾਰਤਾਲਾਪ ਨਹੀਂ ਕੀਤੀ, ਬੰਦ ਕਰ ਦਿੱਤਾ ਸਾਰਾ ਕੁਝ। ਜਿਹੜੀਆਂ ਭੇਟਾਵਾਂ ਜਾਂਦੀਆਂ ਸਨ ਉਹ ਬੰਦ ਹੋ ਗਈਆਂ। ਜਿਸ ਵਕਤ ਇਹ ਹਾਲ ਹੋ ਗਿਆ, ਉਸ ਦੇ ਬਾਅਦ ਹੌਲੀ ਹੌਲੀ
ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ ਦੇ ਸਰੀਰ ਦੇ ਵਿੱਚ ਕੋੜ ਉਤਪੰਨ ਹੋ ਗਿਆ, ਕਿਉਂਕਿ ਗੁਰੂ ਮਹਾਰਾਜ 3 ਵਾਰ ਆਏ ਸਨ ਤੇ ਤਿੰਨੇ ਵਾਰ ਇਹਨਾਂ ਨੇ ਗੁਰੂ ਮਹਾਰਾਜ ਨੂੰ ਬੁਰਾ ਭਲਾ ਕਹਿ ਕੇ ਵਾਪਸ ਕੀਤਾ ਸੀ। ਗੁਰੂ ਪਿਆਰ ਵਾਲੇ ਦਰਵਾਜ਼ੇ ਨਹੀਂ ਖੋਲੇ ਸਨ। ਜਦੋਂ ਕੋੜ ਹੋ ਗਿਆ ਨਾ, ਬੜਾ ਪਛਤਾਏ। ਜਦੋਂ ਸਰੀਰ ਦੇ ਵਿੱਚ ਕੋਈ ਰੋਗ ਉਤਪੰਨ ਹੋ ਜਾਂਦਾ ਨਾ, ਉਸ ਵਕਤ ਇਨਸਾਨ ਮਹਾਰਾਜ ਨੂੰ ਯਾਦ ਕਰਦਾ। ਬੜੀ ਵਿਹਵਲਤਾ ਹੋ ਗਈ ਕਿ ਹੁਣ ਤੇ ਸਰੀਰੇ ਬੇਕਾਰ ਹੋਣ ਲੱਗ ਪਿਆ, ਕੋੜ ਹੋ ਗਿਆ। ਉਸ ਟਾਈਮ ਸਲਾਹ ਲਈ ਕਿ ਇਹ ਕਿਸ ਤਰ੍ਹਾਂ ਭੁੱਲ ਬਖਸ਼ਵਾਈ ਜਾਵੇ। ਗੁਰੂ ਮਹਾਰਾਜ ਤੇ ਬਚਨ ਕਰਕੇ ਚਲੇ ਗਏ। ਬਹੁਤ ਵੱਡੀ ਸਾਡੇ ਤੋਂ ਭੁੱਲ ਹੋ ਗਈ। ਜਿਸ ਵਕਤ ਅਹਿਸਾਸ ਹੁੰਦਾ ਹੈ ਨਾ ਗੁਰੂ ਪਿਆਰ ਵਾਲਿਓ ਇਨਸਾਨ ਨੂੰ, ਉਸ ਵਕਤ ਸਮਝ ਲੈਣਾ ਉਸ ਦੇ ਚੰਗੇ ਦਿਨ ਆ ਜਾਂਦੇ ਨੇ, ਜਿਸ ਵਕਤ ਪਛਤਾਵਾ ਹੁੰਦਾ ਉਸ ਨੂੰ। ਲਾਹੌਰ ਦੇ ਰਹਿਣ ਵਾਲੇ ਭਾਈ ਲੱਦਾ ਜੀ ਪਰਉਪਕਾਰੀ ਸਿੱਖ ਸਨ, ਜਿਨ੍ਹਾਂ ਦੀ ਬਾਬਤ ਦੱਸਿਆ। ਉਹਨਾਂ ਪਾਸ ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ ਗਏ ਨੇ। ਹੱਥ ਜੋੜ ਕੇ ਬਾਹਰੇ ਬੇਨਤੀਆਂ ਕਰਨ ਲੱਗ ਪਏ। ਕਹਿਣ ਲੱਗੇ, ਭਾਈ ਸਾਹਿਬ ਜੀ ਸਾਡੀ ਬੰਦ ਖਲਾਸੀ ਕਰਵਾਓ। ਅੱਗੋਂ ਭਾਈ ਸਾਹਿਬ ਜੀ ਨੇ ਪਹਿਲੋਂ ਹੀ ਬੂਹੇ ਭੇੜ ਦਿੱਤੇ ਸੀ। ਕਿਉਂ? ਇਹ ਗੁਰੂ ਘਰ ਦੇ ਦੋਖੀ ਦੁਸ਼ਟ ਆ ਰਹੇ ਨੇ, ਇਹਨਾਂ ਨੂੰ ਦਰਸ਼ਨ ਨਹੀਂ ਜੀ ਦੇਣੇ। ਗੁਰੂ ਦਾ ਹੁਕਮ ਵੀ ਹੈ। ਬਾਰ-ਬਾਰ ਮਿੰਨਤਾਂ ਕਰਨ ਤੇ ਉੱਥੇ ਬੈਠੇ ਰਹੇ ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ। ਬਾਰ-ਬਾਰ ਮਿੰਨਤ ਕਰ ਰਹੇ ਨੇ, ਬਾਰ-ਬਾਰ ਜੋਦੜੀ ਕਰ ਰਹੇ ਨੇ, ਬਾਰ-ਬਾਰ ਮਨਾ ਰਹੇ ਨੇ। ਭਾਈ ਲੱਦਾ ਜੀ ਪਰਉਪਕਾਰੀ ਸਿੱਖ, ਹਿਰਦਾ ਇਤਨਾ ਕੋਮਲ ਸੀ, ਰਿਹਾ ਨਹੀਂ ਗਿਆ। ਉਹਨਾਂ ਨੇ ਬੂਹਾ ਖੋਲ ਦਿੱਤਾ। ਗੁਰੂ ਮਹਾਰਾਜ ਦਾ ਇਹ ਵੀ ਬਚਨ ਸੀ, ਜਿਹੜਾ ਆਵੇ ਇਹਨਾਂ ਦੀ ਭੁੱਲ ਬਖਸ਼ਵਾਉਣ ਕਿਤੇ ਮੇਰੇ ਕੋਲ, ਤੇ ਮੂੰਹ ਕਾਲਾ ਕਰਕੇ ਆ। ਉਸ ਦਾ ਮੂੰਹ ਕਾਲਾ ਕੀਤਾ ਜਾਵੇ। ਬਚਨ ਕਮਾਉਣੇ ਸੌਖੇ ਨਹੀਂ, ਪਰ ਸਿੱਖ ਕਿਸੇ ਦਾ ਭਲਾ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਇੱਥੋਂ ਪਤਾ ਚੱਲਦਾ ਗੁਰੂ ਪਿਆਰ ਵਾਲਿਓ। ਕਿਉਂਕਿ ਉਹ ਆਪ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ, ਦੇਖੋ ਇੱਥੇ ਗੱਲ ਰਜ਼ਾ ਦੀ ਚੱਲ ਰਹੀ ਹੈ। ਗੁਰੂ ਮਹਾਰਾਜ ਨੇ ਹੁਕਮ ਕੀਤਾ ਕਿ ਉਸ ਦਾ ਮੂੰਹ ਕਾਲਾ ਕੀਤਾ ਜਾਵੇਗਾ। ਤੇ ਭਾਈ ਲੱਦਾ ਜੀ ਪਰਉਪਕਾਰੀ ਸਿੱਖ, ਉਹਨਾਂ ਨੇ ਆਪਣੇ ਹੱਥਾਂ ਨਾਲ ਆਪਣਾ ਮੂੰਹ ਕਾਲਾ ਕੀਤਾ। ਗੁਰੂ ਪਿਆਰ ਵਾਲਿਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤਨਾ ਬਿਰਧ ਹੋਵੇਗਾ, ਕਿਤਨਾ ਵੱਡਾ ਹਿਰਦਾ ਹੋਵੇਗਾ ਭਾਈ ਲੱਦਾ ਜੀ ਦਾ, ਕਹਿ ਨਹੀਂ ਸਕਦੇ। ਆਪਣੇ ਹੱਥ ਨਾਲ ਆਪਣਾ ਮੂੰਹ ਕਾਲਾ ਕਰਕੇ ਗਧੇ ਉੱਤੇ ਬੈਠੇ ਨੇ ਤੇ ਜਾ ਕੇ ਦਰਬਾਰ ਦੇ ਵਿੱਚ ਪਹੁੰਚੇ ਨੇ ਭਾਈ ਲੱਦਾ ਜੀ, ਪਿੱਛੇ ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਨੇ। ਜਿਸ ਵਕਤ ਦਰਬਾਰ ਦੇ ਵਿੱਚ ਭਾਈ ਲੱਦਾ ਜੀ ਆਏ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉੱਠ ਖਲੋਤੇ, ਉੱਠ ਕੇ ਖਲੋ ਗਏ ਤੇ ਬੜੇ ਪਿਆਰ ਦੇ ਨਾਲ ਆਸਣ ਤੋਂ ਨੀਚੇ ਆਏ ਨੇ। ਭਾਈ ਲੱਦਾ ਜੀ ਨੂੰ ਆਖਣ ਲੱਗੇ, ਕਹਿਣ ਲੱਗੇ, ਆਪ ਜੀ ਨੂੰ ਕੀ ਲੋੜ ਸੀ ਇਹ ਸਭ ਕਰਨ ਦੀ? ਆਪ ਜੀ ਵੈਸੇ ਹੀ ਕਹਿ ਦਿੰਦੇ, ਇਹਨਾਂ ਨੇ ਬਖਸ਼ਿਆ ਜਾਣਾ ਸੀ। ਭਾਈ ਲੱਦਾ ਜੀ ਨੇ ਦੋਵੇਂ ਹੱਥ ਜੋੜ ਲਏ। ਅੱਜ ਸਾਡੇ 'ਚ ਬਹੁਤ ਕਮੀਆਂ ਨੇ। ਕਸੂਰ ਜੇ ਅਸੀਂ ਕੀਤਾ ਨਹੀਂ, ਕੋਈ ਡਾਂਟ ਦੇਵੇ, ਅਸੀਂ ਮੰਨਦੇ ਨਹੀਂ। ਗੁਰੂ ਪਿਆਰ ਵਾਲੇ ਝਗੜਨ ਲੱਗ ਪੈਨੇ ਆ। ਜੇ ਪਿਤਾ ਨੇ ਕਹਿ ਦਿੱਤਾ ਨਾ, ਤੇ ਅਸੀਂ ਉਸ ਨੂੰ ਕੰਮ ਅਕਲ ਕਹਿ ਕੇ ਆਂਕਦੇ ਆ। ਪਰ ਉਸ ਵਕਤ ਮੈਂ ਸਮਝਦਾ ਘਰਾਂ ਦੇ ਝਗੜੇ ਸਾਰੇ ਸਮਾਪਤ ਹੋ ਜਾਣ ਜਦੋਂ ਪਿਤਾ ਕੋਈ ਕੁਝ ਕਵੇ ਬੱਚੇ ਨੂੰ, ਉਸ ਦਾ ਕਸੂਰ ਨਹੀਂ ਵੀ ਬੱਚਾ ਭੱਜ ਕੇ ਪੈਰ ਪਕੜ ਲਵੇ, ਪਿਤਾ ਦੀਆਂ ਅੱਖਾਂ 'ਚੋਂ ਅਥਰੂ ਡਿੱਗਣਗੇ, ਆਪਣੇ ਆਪ ਹੀ ਭੁੱਲ ਬਖਸ਼ੀ ਜਾਵੇਗੀ। ਉਹਨਾਂ ਨੂੰ ਅਹਿਸਾਸ ਹੋ ਜਾਵੇਗਾ ਕਿ ਗਲਤੀ ਮੇਰੀ ਸੀ, ਪਰ ਇਸ ਨੇ ਫਿਰ ਵੀ ਮਾਫੀ ਮੰਗੀ।
ਭਾਈ ਲੱਦਾ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਸੀ, ਆਪ ਜੀ ਦੇ ਹੁਕਮ ਦੇ ਵਿੱਚ ਅਦੁੱਲੀ ਨਹੀਂ ਸੀ ਕਰ ਸਕਦੇ। ਆਪ ਜੀ ਦਾ ਹੁਕਮ ਮੋੜਨ ਦੀ ਮੇਰੇ ਦੇ ਵਿੱਚ ਸਮਰੱਥਾ ਨਹੀਂ, ਮੇਰੇ ਵਿੱਚ ਇਤਨੀ ਪਾਇਆ ਨਹੀਂ ਆਪ ਜੀ ਦੀ ਹੁਕਮ ਅਦੁੱਲੀ ਕਰ ਸਕਾਂ। ਉਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੰਠ ਨਾਲ ਲਾਇਆ, ਕਹਿਣ ਲੱਗੇ ਕੀ ਮੰਗਦੇ ਹੋ? ਅੱਜ ਤਰੁੱਠੇ ਹਾਂ, ਤੁਸੀਂ ਹੋਰ ਮੰਗ ਵੀ ਮੰਗ ਲਓ ਜਿਹੜੀ ਕੋਈ ਮੰਗਣੀ ਹੈ। ਭਾਈ ਲੱਦਾ ਜੀ ਦੇ ਹੱਥ ਜੁੜ ਗਏ, ਮਹਾਰਾਜ ਆਪ ਜੀ ਦਾ ਦਿੱਤਾ ਸਾਰਾ ਕੁਝ ਹੈ, ਕਿਰਪਾ ਕਰੋ ਇਹਨਾਂ ਨੂੰ ਬਖਸ਼ ਲਵੋ ਗੁਰੂ ਘਰ ਦੇ ਕੀਰਤਨੀਆਂ ਨੂੰ। ਭਾਈ ਸੱਤਾ ਜੀ, ਭਾਈ ਬਲਵੰਡਾ ਜੀ ਅੱਖਾਂ ਦੇ ਵਿੱਚੋਂ ਅਥਰੂ ਜ਼ਾਰ ਜਾ ਰਹੇ ਨੇ। ਭੱਜ ਕੇ ਪੈਰ ਪਕੜ ਲਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ, ਆਖਣ ਲੱਗੇ ਸਤਿਗੁਰੂ ਇਸ ਮੂੰਹ ਦੇ ਵਿੱਚੋਂ ਨਿੰਦਿਆ ਹੋਈ ਹੈ, ਇਹ ਮੂੰਹ ਦੇ ਵਿੱਚ ਕੀੜੇ ਪੈਣ, ਕਿਰਪਾ ਕਰੋ। ਆਪ ਜੀ ਦਾ ਬਚਨ ਪਹਿਲੋਂ ਨਹੀਂ ਮੰਨਿਆ ਪਰ ਹੁਣ ਕਿਰਪਾ ਕਰੋ, ਆਪ ਜੀ ਆਪਣੇ ਹੁਕਮ ਦੇ ਅੰਦਰ ਲੈ ਲਵੋ ਸਾਨੂੰ। ਉਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਜਿਸ ਦਰਬਾਰ ਦੀ ਨਿੰਦਿਆ ਕੀਤੀ ਹੈ ਉਸ ਦਰਬਾਰ ਦੇ ਬਾਰੇ ਆਪ ਜੀ ਬਾਣੀ ਉਚਾਰਨ ਕਰੋ, ਉਸ ਦੀ ਉਸਤਤ ਦੇ ਵਿੱਚ। ਫਿਰ ਰਾਮਕਲੀ ਕੀ ਬਾਰ ਰਾਏ ਬਲਵੰਡੇ ਤਥਾ ਸਤੈ ਡੂਮ ਆਖੀ, ਉਹ ਇਸ ਸਿਰਲੇਖ ਹੇਠ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹ ਬਾਣੀ ਆਉਂਦੀ ਹੈ। ਰੋਜ਼ਾਨਾ ਜਿਹੜੀ ਨਿੰਦਿਆ ਕਰਦੇ ਆ ਨਾ ਅਸੀਂ ਗੁਰੂ ਪਿਆਰ ਵਾਲਿਓ, ਉਹ ਬਾਣੀ ਇੱਕ ਵਾਰ ਪੜ੍ਹ ਲਈ ਜਾਵੇ, ਜਿਤਨੀ ਵੀ ਨਿੰਦਿਆ ਹੁੰਦੀ ਹੈ ਉਸ ਦਾ ਪਾਪ ਉਤਰ ਜਾਂਦਾ ਹੈ। ਇਹ ਬਾਣੀ ਨੂੰ ਇਹ ਵਾਰ ਹੈ। ਭਾਈ ਸੱਤੇ ਜੀ ਤੇ ਭਾਈ ਬਲਵੰਡੇ ਜੀ ਦੀ ਰਾਮਕਲੀ ਕੀ ਵਾਰ, ਜਿਹੜੇ ਨਿੰਦਿਆ ਕਰਦੇ ਨੇ ਰੋਜ਼ਾਨਾ ਤੇ ਜਿਹੜੇ ਕਹਿੰਦੇ ਨੇ ਨਾ ਅਸੀਂ ਕਰਦੇ ਨੇ ਖਿਮਾ ਕਰਨਾ, ਹੱਥ ਜੋੜਦਾ ਮੈਂ, ਹੋ ਜਾਂਦੀ ਹੈ। ਜਿਹੜੇ ਆਖਦੇ ਨੇ ਨਾ ਅਸੀਂ ਨਹੀਂ ਕਰਦੇ ਕਿਸੇ ਦੀ ਨਿੰਦਿਆ, ਹੋ ਜਾਂਦੀ ਹੈ। ਮਾਣ ਨਾਲ ਨਹੀਂ ਕਹਿਣਾ ਚਾਹੀਦਾ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇਹ ਵਾਲੀ ਰਾਮਕਲੀ ਕੀ ਵਾਰ ਜਿਹੜੀ ਆ ਬਾਣੀ ਨਾ ਆਪ ਜੀ ਰੋਜ਼ਾਨਾ ਨਹੀਂ ਪੜ ਸਕਦੇ, ਛੋਟਾ ਸਰੂਪ ਹੈ, ਤੀਸਰੇ ਜਾਂ ਚੌਥੇ ਦਿਨ ਜ਼ਰੂਰ ਪੜਿਆ ਕਰੋ। ਨਿੰਦਿਆ ਜਿਹੜੀ ਹੁੰਦੀ ਹੈ ਇਹਦਾ ਸ਼ਰਾਪ ਉਤਰ ਜਾਂਦਾ। ਸਤਿਗੁਰੂ ਮਹਾਰਾਜ ਨੇ ਤਾਂ ਇਤਨੇ ਪਰਉਪਕਾਰ ਕੀਤੇ, ਜਿਹੜੇ ਗੁਰੂ ਘਰ ਦੇ ਦੋਖੀ ਨੇ ਉਹਨਾਂ ਨੂੰ ਬਖਸ਼ਵਾ ਦਿੱਤਾ। ਤੇ ਅੱਜ ਕੱਲ ਪਤਾ ਕੀ ਕਹਿੰਦੇ ਨੇ ਲੋਕ, ਅੱਜ ਕੱਲ ਤਾਂ ਦੂਸਰਾ ਸਿੱਖ ਜੇ ਕਿਤੇ ਗਲਤੀ ਹੋ ਜਾਵੇ ਉਹਨੂੰ ਖੂੰਜੇ ਲਾ ਦਿੰਦੇ ਨੇ, ਇਹਨੂੰ ਬਿਲਕੁਲ ਬਰਖਾਸਤ ਕਰ ਦਿਓ, ਇਹਨੂੰ ਇੱਥੋਂ ਗੁਰੂ ਘਰ ਵੜਨ ਨਾ ਦਿਓ ਇਹਨੂੰ। ਇਤਨੀ ਵੱਡੀ ਗਲਤੀ, ਇਤਨਾ ਵੱਡਾ ਪਾਪ ਹੋਇਆ, ਫੇਰ ਵੀ ਬਖਸ਼ਵਾ ਦਿੱਤਾ ਭਾਈ ਲੱਦਾ ਜੀ ਨੇ। ਇਹ ਹੈ ਸਿੱਖ ਦਾ ਗੁਣ। ਹੁਣ ਕਈ ਆਖਣਗੇ ਜੀ ਅਸੀਂ ਗੁਰੂ ਦੇ ਸਿੱਖਾਂ, ਪਰ ਜੇ ਕਿਸੇ ਨਾਲ ਝਗੜਾ ਚੱਲਦਾ ਹੋਵੇਗਾ ਨਾ ਉਹਨੂੰ ਫਤਿਹ ਨਹੀਂ ਬੁਲਾਉਣਗੇ। ਸਿੱਖੀ ਕਾਦੀ ਸਿੱਖੀ ਹੈ ਤੇਰੀ? ਆਖਣਗੇ ਅਸੀਂ ਗੁਰੂ ਦੇ ਸਿੱਖਾਂ। ਕਈ ਵੱਡੇ ਵੱਡੇ, ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਪਹਿਰਾਵੇ ਵੀ ਪਾਉਣਗੇ, ਅਸੀਂ ਗੁਰੂ ਦੇ ਸਿੱਖਾਂ ਨਹੀਂ। ਗੁਰੂ ਦੀ ਸਿੱਖੀ ਨੇੜੇ ਤੇੜੇ ਵੀ ਨਹੀਂ ਹੈਗੀ ਉਹਨਾਂ ਦੇ ਗੁਰੂ ਪਿਆਰ ਵਾਲਿਓ, ਜਿਹੜੇ ਆਖਦੇ ਨੇ ਗੁਰੂ ਦਾ ਸਿੱਖ ਬਣਨ ਲਈ ਜਾਚ ਸਿੱਖੋ। ਭਾਈ ਲੱਦਾ ਪਰਉਪਕਾਰੀ ਜੀ ਤੋਂ ਇਤਨੇ ਵੱਡੇ ਗੁਰੂ ਘਰ ਦੇ ਦੋਖੀਆਂ ਨੂੰ ਭੁੱਲ ਬਖਸ਼ਵਾ ਦਿੱਤੀ, ਆਪਣੇ ਹੱਥਾਂ ਨਾਲ ਮੂੰਹ ਕਾਲਾ ਕੀਤਾ। ਕੋਈ ਹੈ ਅੱਜ ਦਾ? ਕੋਈ ਨਹੀਂ ਹੈ। ਅੱਜ ਆਖਦੇ ਨੇ ਮੈਂ ਨਹੀਂ ਗਲਤ ਹੈਗਾ, ਜਿਤਨੇ ਬਖੇੜੇ ਚੱਲਦੇ ਨੇ ਅੱਜ ਸਾਰੇ ਝੁਕਣ ਦੇ ਨਾਂ ਤੇ ਚੱਲਦੇ ਨੇ ਵੀ ਮੈਂ ਕਿਉਂ ਝੁਕਾਂ। ਗੁਰੂ ਘਰਾਂ ਦੇ ਵਿੱਚ ਬੜੇ ਝਗੜੇ ਚੱਲਦੇ ਨੇ, ਝੁਕਣਾ ਆਉਂਦਾ ਨਹੀਂ ਤੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਵੱਡੇ ਕਹਾਉਣੇ ਆ। ਭਾਈ ਲੱਦਾ ਜੀ ਦਾ ਕੋਈ ਕਸੂਰ ਨਹੀਂ ਸੀ, ਫੇਰ ਵੀ ਉਹਨਾਂ ਨੇ ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ ਦੀ ਭੁੱਲ ਬਖਸ਼ਵਾਈ। ਇਹ ਇਤਿਹਾਸ ਇਸ ਕਰਕੇ ਪੜ੍ਹਨੇ ਚਾਹੀਦੇ ਨੇ, ਸਾਨੂੰ ਸਿੱਖਿਆ ਮਿਲਦੀ ਹੈ। ਪਰ ਅਸੀਂ ਤਾਂ ਚੌੜੇ ਹੋ ਕੇ ਤੁਰਦੇ ਹਾਂ, ਅਸੀਂ ਕੋਈ ਅਪਰਾਧ ਨਹੀਂ ਕੀਤਾ, ਹਾਲਾਂਕਿ ਰੋਜ਼ਾਨਾ ਅਪਰਾਧ ਕਰਦੇ ਹਾਂ, ਅਸੀਂ ਰੋਜ਼ਾਨਾ ਔਗਣ ਕਰਦੇ ਹਾਂ। ਗੁਰੂ ਪਿਆਰ ਵਾਲਿਓ, ਡਰੋ ਗੁਰੂ ਤੋਂ, ਸੱਚੇ ਪਾਤਸ਼ਾਹ ਤੋਂ। ਜੇ ਉਹ ਰਾਜਾ ਬਣਾ ਸਕਦਾ ਨਾ, ਬਾਦਸ਼ਾਹੀਆਂ ਦੇ ਸਕਦਾ, ਤੇ ਉਹ ਥੱਲੇ ਡੇਗਣ ਦੇ ਵਿੱਚ ਵੀ ਮਿੰਟ ਨਹੀਂ ਲਾਉਂਦਾ। ਖਿਨਮੈ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਂ ਕੋ ਵਿਵਹਾਰੇ। ਉਹ ਖਾਲੀਆਂ ਨੂੰ ਭਰ ਦਿੰਦਾ ਤੇ ਭਰਿਆ ਹੋਇਆਂ ਨੂੰ ਖਾਲੀ ਕਰਨ ਦੇ ਵਿੱਚ ਮਿੰਟ ਨਹੀਂ ਲਾਉਂਦਾ। ਜਿਹੜੇ ਦਾਅਵੇ ਕਰਦੇ ਨੇ ਨਾ, ਉਹਨਾਂ ਨੂੰ ਮੈਂ ਬੜਾ
ਮੈਨੂੰ ਕਈ ਵਾਰੀ ਹਾਸਾ ਵੀ ਆਉਂਦਾ, ਉਹਨਾਂ ਤੇ ਤਰਸਯੋਗ ਹਾਲਤ ਹੁੰਦੀ ਹੈ ਜਿਹੜੇ ਦਾਅਵੇ ਕਰਦੇ ਨੇ ਅਸੀਂ ਤਾਂ ਆਹ ਕਰ ਦਾਂਗੇ, ਅਸੀਂ ਤਾਂ ਉਹ ਕਰ ਦਾਂਗੇ। ਹੱਥ ਜੁੜ ਜਾਂਦੇ ਨੇ ਮਹਾਰਾਜ ਦੇ ਚਰਨਾਂ 'ਚ ਦਾਸ ਦੇ। ਉਹ ਦਾਅਵੇ ਕਰਨ ਵਾਲਿਆਂ ਨੇ ਰਹਿਣਾ ਕਿਤੇ? ਇਤਨੇ ਇਤਨੇ ਸਿਕੰਦਰ ਵਰਗੇ ਚਲੇ ਗਏ ਗੁਰੂ ਪਿਆਰ ਵਾਲੇ, ਇੱਥੇ ਕਿਹਨੇ ਰਹਿਣਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਅੱਜ ਸ਼ਰੀਰ ਕਰਕੇ ਸਾਡੇ ਤੋਂ ਨਹੀਂ, ਇਸੇ ਕਰਕੇ ਗੁਰਬਾਣੀ ਦੇ ਨਾਲ ਉਹਨਾਂ ਨੇ ਜੋੜਿਆ ਸੀ ਨਾ ਕਿ ਗੁਰੂ ਦੀ ਬਾਣੀ ਪੜੋ ਸਿੱਖੋ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਸੇ ਕਰਕੇ ਮਹਾਰਾਜ ਨੇ ਬਾਣੀ ਨਾਲ ਜੋੜਿਆ ਸੀ। ਪਰ ਅੱਜ ਅਸੀਂ ਗੁਰੂ ਪਿਆਰ ਵਾਲਿਓ ਬਾਣੀ ਨਾਲੋਂ ਟੁੱਟ ਕੇ ਕਿੱਧਰ ਵਗ ਤੁਰੇ ਆ? ਸਾਨੂੰ ਚੇਤਨਾ ਪੈਣਾ, ਬਾਣੀ ਦੇ ਨਾਲ ਜੁੜੋ ਸਿੱਧੇ ਤੌਰ ਤੇ। ਵਿਚੋਲਾ ਪੰਜ ਪਿਆਰਿਆਂ ਨੂੰ ਪਾ ਦਿੱਤਾ ਮਹਾਰਾਜ ਨੇ, ਅੰਮ੍ਰਿਤ ਛਕੋ, ਬਾਣੀ ਪੜੋ, ਬਸ ਹੋਰ ਕੋਈ ਵਿਚੋਲਾ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਫਿਰ ਸਿੱਖ ਆਪਣੇ ਭਾਣੇ ਦੇ ਵਿੱਚ ਚੱਲਦਾ ਨਾ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ। ਹੁਣ ਸਤਿਗੁਰੂ ਦਾ ਭੁਲੇਖਾ ਕੱਢ ਦਿੱਤਾ ਮਹਾਰਾਜ ਨੇ। ਸਤਿਗੁਰੂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੱਚੇ ਗੁਰੂ। ਅੱਜ ਕੱਲ ਤਾਂ ਸਤਿਗੁਰੂ ਬੜੇ ਬਣੇ ਬੈਠੇ ਨੇ, ਪਤਾ ਨਹੀਂ ਕਿੱਥੇ ਕਿੱਥੇ ਬੈਠੇ ਨੇ, ਤੇ ਗੁਰੂ ਪਿਆਰ ਵਾਲੇ ਆਪਣੇ ਆਪ ਨੂੰ ਸਤਿਗੁਰੂ ਕਹਾਉਂਦੇ ਨੇ। ਮੈਂ ਕਹਿੰਦਾ ਕੀੜੇ ਪੈਣ ਆਈਆਂ ਜੀਆਂ ਜਵਾਨਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਅਸੀਂ ਸਤਿਗੁਰੂ ਆ, ਉਹ ਗੁਰੂ ਦੇ ਸਿੱਖ ਬਣਨਾ ਬੜਾ ਔਖਾ ਹੈ, ਆਪਣੇ ਆਪ ਨੂੰ ਸਤਿਗੁਰੂ ਕਹਿੰਦੇ। ਸਤਿਗੁਰੂ ਮਹਾਰਾਜ ਬਖਸ਼ ਲੈਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਸਤਿਗੁਰੂ ਕੋਈ ਹੈ ਨਹੀਂ, ਕਿਉਂਕਿ ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਣਗੇ। ਜਿਸ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨੰਦੇੜ ਵਿਖੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਨਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਜਿਹੜਾ ਗੁਰੂ ਨੂੰ ਮੰਨੂਗਾ, ਗ੍ਰੰਥ ਨੂੰ ਗੁਰੂ ਮੰਨੂਗਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਉਹੀ ਹੈ, ਦੂਸਰੇ ਗੁਰੂ ਮਹਾਰਾਜ ਦੇ ਸਿੱਖ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਚਾਹੇ ਆਪਣੇ ਆਪ 'ਚ ਕਿੰਨੇ ਮਰਜ਼ੀ ਬਣੇ ਤੁਰੇ ਫਿਰਨ। ਇਸੇ ਕਰਕੇ ਮਹਾਰਾਜ ਨੇ ਕਿਹਾ ਫਿਰ ਉਹ ਝੋਟਾਂ ਖਾਂਦੇ ਨੇ, ਸੱਟਾਂ ਲੱਗਦੀਆਂ ਨੇ ਉਹਨਾਂ ਦੇ ਗੁਰੂ ਪਿਆਰ ਵਾਲਿਓ, ਜਿਹੜੇ ਕਹਿੰਦੇ ਨੇ ਸਾਡੇ ਤਾਂ ਕੰਮ ਬੜੇ 35 ਨੇ ਜੀ। ਕੀ ਕਰੇਗਾ? ਪਦਾਰਥਾਂ ਨੂੰ ਲੈ ਕੇ ਛਾਤੀ ਤੇ ਰੱਖ ਕੇ ਥੋੜੀ ਲਿਜਾਣੇ ਨੇ, ਉਮਰ ਤਾਂ ਤੇਰੀ ਘਟ ਰਹੀ ਹੈ, ਕੋਈ ਰੋਕ ਦੇਵੇ। ਸਤਿਗੁਰੂ ਮਹਾਰਾਜ ਫਿਰ ਫਰਮਾਉਂਦੇ ਨੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛਤਾਵੈ। ਬਿਨਾ ਸਤਿਗੁਰੂ ਦੇ ਕਦੇ ਸੁਖ ਨਹੀਂ ਮਿਲਦਾ, ਫਿਰ ਦੁਬਾਰਾ ਪਛਤਾਉਂਦਾ, ਆਪਣੇ ਮਨ ਦੇ ਵਿੱਚ ਝੂਰਦਾ। ਝੂਰ ਮਰੋਂ ਸੇ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਗਿਆ ਨਾ ਸਤਿਗੁਰੂ ਦੇ ਨਾਲ ਪ੍ਰੇਮ ਦਾ, ਉਹ ਝੁਰ ਕੇ ਮਰਦੀਆਂ ਨੇ ਰੋਜ਼ਾਨਾ। ਕਿਤੇ ਮਿੱਤਰ ਇੱਕ ਨਾਰਾਜ਼ ਹੋ ਜਾਵੇ ਨਾ, ਜ਼ਿੰਦਗੀ 'ਚ ਸਭ ਤੋਂ ਪਿਆਰਾ ਮਿੱਤਰ, ਜਦ ਤੱਕ ਉਹਨੂੰ ਮਨਾ ਨਹੀਂ ਲੈਂਦੇ ਨਾ ਗੁਰੂ ਪਿਆਰ ਵਾਲੇ, ਉਤਨੀ ਦੇਰ ਤੱਕ ਸਾਡਾ ਹਿਰਦਾ ਨਾ ਅੰਦਰੋਂ ਤੜਫਦਾ ਰਹੇਗਾ। ਉਹਨੂੰ ਮਨਾਉਣ ਦੇ ਵਾਸਤੇ ਅਸੀਂ ਉਹਦੇ ਪੈਰੀਂ ਵੀ ਗਿਰ ਜਾਵਾਂਗੇ ਕਿ ਤੂੰ ਬੋਲ ਸਾਡੇ ਨਾਲ, ਜਿਹੜਾ ਸਾਡੀ ਚਿੰਤਾ ਕਰਦਾ ਗੁਰੂ ਪਿਆਰ ਵਾਲਿਓ। ਐਸੇ ਇਨਸਾਨ ਨੇ ਜਿਨ੍ਹਾਂ ਦੇ ਬੁਲਾਏ ਬਗੈਰ ਸਾਡਾ ਸਰਦਾ ਨਹੀਂ, ਜਿਹੜੇ ਚੰਗੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਅਸੀਂ ਗਿਰਦੇ ਆਂ। ਹੁੰਦੇ ਨੇ ਨਾ ਐਸੇ ਇਨਸਾਨ। ਆਪਣੇ ਘਰ ਦੇ ਬੱਚੇ ਨੂੰ ਡਾਂਟ ਦਈਏ ਨਾ, ਜੇ ਉਹ 2 ਦਿਨ ਨਾ ਬੁਲਾਵੇ, ਹਿਰਦਾ ਸ਼ਾਂਤ ਨਹੀਂ ਹੁੰਦਾ, ਉਹਨੂੰ ਫਿਰ ਆਪ ਗਲਵਕੜੀ 'ਚ ਲੈ ਕੇ ਪਿਆਰ ਕਰਕੇ ਬੁਲਾਉਨੇ ਆ। ਇਹੀ ਸਾਡੇ ਪਿਤਾ ਦਾ ਬਿਰਧ ਹੈ ਸਤਿਗੁਰੂ ਦਾ। ਕਿਤਨਾ ਮਰਜੀ ਤੁਰੇ ਫਿਰੀਏ, ਪਰ ਜਿਸ ਦਿਨ ਫੇਰ ਇਹਦੇ ਚਰਨਾਂ 'ਚ ਢਹਿ ਪੈਨੇ ਆ, ਇਹ ਫੇਰ ਗਲਵਕੜੀ ਦੇ ਵਿੱਚ ਲਾ ਲੈਂਦਾ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੇ। ਇਹ ਹੈ ਸਾਡੇ ਪਾਤਸ਼ਾਹ ਦਾ ਬਿਰਧ। ਫਿਰ ਮਹਾਰਾਜ ਫਰਮਾਨ ਕਰਦੇ ਨੇ, ਹਰ ਕੇ ਦਾਸ ਸੁਹੇਲੇ ਭਾਈ। ਵਾਹਿਗੁਰੂ ਦੇ ਸੇਵਕ ਜਿਹੜੇ ਨੇ ਉਹ ਸਦਾ ਖੁਸ਼ ਰਹਿੰਦੇ ਨੇ। ਜਨਮ ਜਨਮ ਕੇ ਕਿਲਵਿਖ ਦੁੱਖ ਕਾਟੇ, ਆਪੇ ਮੇਲ ਮਿਲਾਈ। ਕਿਉਂ ਖੁਸ਼ ਰਹਿੰਦੇ ਨੇ? ਕਿਉਂਕਿ ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਪਾਪ ਸਤਿਗੁਰੂ ਨੇ ਕੱਟ ਦਿੱਤੇ ਤੇ ਆਪਣੀ ਕਿਰਪਾ ਦੇ ਨਾਲ ਉਹਨਾਂ ਨੂੰ ਮਿਲਾ ਲਿਆ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਇਹ ਕੁਟੰਬ ਜਿਹੜਾ ਪਰਿਵਾਰ ਦੇਖਦੇ ਆ ਨਾ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਬਚਨ ਕੀਤਾ, ਇਹ ਕੁਟੰਬ ਤੂੰ ਜੇ ਦੇਖਦਾ ਭਾਈ, ਚੱਲੇ ਨਹੀਂ ਤੇਰਾ ਨਾਲੇ। ਸਾਥ ਤੇਰਾ ਚੱਲੇ ਨਹੀਂ ਤਿਸ ਨਾਲ, ਕਿਉਂ ਚਿੱਤ ਲਾਈਐ। ਫਰਜ਼ ਪੂਰੇ ਕਰੋ ਆਪਣੇ, ਠੀਕ ਹੈ, ਪਰ ਉਹਨਾਂ ਦੇ ਵਿੱਚ ਅਸੀਂ ਜਦੋਂ ਮੋਹ ਪਾ ਲੈਂਦੇ ਆ ਨਾ ਵੀ ਇਹ ਮੇਰਾ, ਇਹ ਮੇਰਾ, ਅਸੀਂ ਤਾਂ ਮੋਹ ਨੂੰ, ਦੁਨੀਆ ਮੋਹ ਨੂੰ ਭੱਜੀ ਫਿਰਦੀ ਆ। ਜਿਹਦੇ ਨਾਲ ਸਾਡਾ ਮਤਲਬ ਸਿੱਧ ਹੁੰਦਾ ਉਹ ਬੰਦਾ ਸਾਡੇ ਲਈ ਸਾਰਾ ਕੁਝ ਹੈ। ਤੇ ਖਿਮਾ ਕਰਨਾ, ਇੱਕ ਹੋਰ ਗੱਲ ਆਖ ਦਿੰਨਾ,
ਅੱਜ ਕੱਲ ਸੰਤ ਵੀ ਉਸੇ ਨੂੰ ਮੰਨਦੇ ਆ, ਗੁਰੂ ਦਾ ਪਿਆਰਾ ਵੀ ਉਸੇ ਨੂੰ ਮੰਨਦੇ ਆ ਜਿਹਦੇ ਨਾਲ ਸਾਡਾ ਮਤਲਬ ਸਿੱਧ ਹੁੰਦਾ ਹੈ। ਦੂਸਰੇ ਤੋਂ ਲੈਣਾ ਹੀ ਕੀ ਹੈ? ਜਿਹੜਾ ਸੱਚੀ ਗੱਲ ਕਰਦਾ ਗੁਰੂ ਮਹਾਰਾਜ ਦੀ, ਉਹ ਤਾਂ ਸਾਡਾ ਦੁਸ਼ਮਣ ਹੈ। ਜਿਹੜਾ ਸੱਚੀ ਗੱਲ ਕਰੇਗਾ ਨਾ, ਗੁਰੂ ਮਹਾਰਾਜ ਨਾਲ ਜੋੜੇਗਾ, ਉਹ ਸਾਨੂੰ ਜ਼ਹਿਰ ਲੱਗੇਗਾ। ਤੇ ਲੱਗਦਾ ਹੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਟਾਈਮ ਤੋਂ ਲੱਗਦੇ ਆਏ ਨੇ। 22 ਮੰਜੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਟਾਈਮ ਤੇ ਲਾਈਆਂ ਉਹਨਾਂ ਨੇ, ਪਖੰਡੀਆਂ ਨੇ, ਤੇ 22 ਮੰਜੀਆਂ ਨੂੰ ਮੱਥੇ ਟੇਕ ਕੇ ਮੱਖਣ ਸ਼ਾਹ ਲਵਾਣੇ ਨੇ। ਪਰ ਜਦੋਂ ਸੱਚਾ ਗੁਰੂ ਲੱਭ ਗਿਆ ਨਾ, ਫਿਰ ਝੰਡੀ ਲੈ ਕੇ ਚੜਿਆ, ਆਪਦੇ ਹੱਥਾਂ ਨਾਲ ਮੂੰਹ ਕਾਲਾ ਕਰਕੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸੱਚਾ ਗੁਰੂ ਲੱਭ ਗਿਆ। ਹੋਕਾ ਦੇਣਾ ਸਾਡਾ ਕੰਮ ਹੈ। ਜਿਹੜਿਆਂ ਨੂੰ ਸੱਚਾ ਗੁਰੂ ਮਿਲ ਗਿਆ ਨਾ, ਉਹ ਹੋਕਾ ਦਿੰਦੇ ਰਹਿਣਗੇ। ਜੇ ਕਿਤੇ ਹੋਕਾ ਦੇਣਾ ਬੰਦ ਹੋ ਜਾਵੇ ਨਾ, ਤੇ ਝੂਠੇ ਗੁਰੂਆਂ ਨੇ ਪਤਾ ਨਹੀਂ ਕਿੰਨੀਆਂ ਮੰਜੀਆਂ ਲਾ ਲੈਣੀਆਂ ਨੇ। ਅੱਜ ਵੀ ਚੱਲਦਾ ਇਹ ਕੰਮ। ਮੈਂ ਮਾਫੀ ਮੰਗ ਲਵਾਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਮੱਤ ਬਖਸ਼ਣ ਜਿਹੜਾ ਇਹੋ ਜਿਹਾ ਕੰਮ ਕਰਦੇ ਨੇ। ਗੁਰੂ ਪਿਆਰ ਵਾਲਿਓ, ਆਪਣੀ ਕੌਮ ਨੂੰ ਕਿਹੜੀ ਖੱਡ 'ਚ ਗੇਰ ਰਹੇ ਨੇ। ਸਿੱਖ ਨਾਲ ਸਿੱਖ ਲੜਾ ਦਿੱਤੇ। ਵੈਸੇ ਹੀ 2% ਸਾਡੀ ਗਿਣਤੀ ਹੈ। ਆਪਸ ਦੇ ਵਿੱਚ ਲੜ ਲੜ ਕੇ ਮਰ ਗਏ ਸਿੱਖ, ਉਹਨਾਂ ਦੇ ਮਗਰ ਲੱਗ ਕੇ। ਉਦਾਂ ਵਿਚਾਰਧਾਰਾ ਅਸੀਂ ਗੁਰੂ ਮਹਾਰਾਜ ਦੀ ਮੰਨਦੇ ਆ, ਮੱਥਾ ਵੀ ਗੁਰੂ ਮਹਾਰਾਜ ਨੂੰ ਟੇਕਦੇ ਆ। ਫਿਰ ਇੱਕ ਕਿਉਂ ਨਹੀਂ? ਇੱਕ ਇਸ ਕਰਕੇ ਨਹੀਂ, ਅਸੀਂ ਅਨਮਤੀਆਂ ਦੇ ਪਿੱਛੇ ਲੱਗ ਗਏ ਆ। ਜਿਸ ਦਿਨ ਸਾਰੇ ਗੁਰੂ ਮਹਾਰਾਜ ਨੂੰ ਮੰਨਣ ਲੱਗ ਗਏ ਨਾ, ਇੱਕ ਝੰਡੇ ਥੱਲੇ ਇਕੱਠੇ ਹੋ ਗਏ, ਸਾਡੇ ਸਾਰੇ ਮਸਲੇ ਸੁਲਝ ਜਾਣਗੇ। ਅਸੀਂ ਹੁੰਦੇ ਨਹੀਂ। ਜਿਹੜਾ ਸੱਚ ਦੀ ਗੱਲ ਕਰਦਾ, ਉਹਨੂੰ 2-4 ਦਿਨਾਂ ਬਾਅਦ ਦੇਖਦੇ ਨੇ, ਉਹਨੂੰ ਵੀ ਬੰਦ ਕਰ ਦਿੰਦੇ ਨੇ। ਫਿਰ ਇਹਦੀ ਜ਼ਬਾਨ ਬੰਦ ਕਰਾਓ। ਸਤਿਗੁਰੂ ਮਹਾਰਾਜ ਫਿਰ ਫਰਮਾਨ ਕਰਦੇ ਨੇ, ਇਹ ਕੁਟੰਬ ਜੀ ਕੇ ਬੰਧਨ ਭਾਈ। ਜੀ ਕਿਹੜੇ ਜੀ ਦੇ? ਜਿਹੜਾ ਸਾਡੇ ਅੰਦਰ ਰਮਿਆ। ਇਹਦੇ ਬੰਧਨ ਨੇ, ਫਾਈਆਂ ਨੇ ਇਹ ਜੀ ਦੀਆਂ। ਇਹ ਜੀ ਦੇ ਬੰਧਨ ਨੇ। ਭਰਮ ਭੁੱਲਾ ਸੰਸਾਰਾ, ਤੇ ਇਸੇ ਭਰਮ ਦੇ ਵਿੱਚ ਸਾਰਾ ਸੰਸਾਰ ਭੁੱਲਦਾ ਜਾ ਰਿਹਾ। ਬਿਨ ਗੁਰ ਬੰਧਨ ਟੂਟੇ ਨਾਹੀ, ਗੁਰਮੁਖ ਮੋਖ ਦੁਆਰਾ। ਹੁਣ ਬਿਨਾ ਗੁਰੂ ਦੇ ਬੰਧਨ ਟੁੱਟਦੇ ਨਹੀਂ। ਗੁਰਮੁਖ ਪਿਆਰਿਆਂ ਨੂੰ ਮੋਖ ਦੁਆਰਾ ਲੱਭ ਗਿਆ, ਜਿਹੜਿਆਂ ਨੇ ਨਾਮ ਜਪਿਆ ਉਹਦਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਜੋ ਕਰਮ ਕਾਂਡ ਕਰਦਾ ਹੈ, ਕਰਮ ਕਰੈ, ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਜਿਹੜਾ ਕਰਮ ਕਾਂਡ ਕਰਦਾ ਹੈ ਤੇ ਗੁਰੂ ਪਿਆਰ ਵਾਲਿਓ ਸ਼ਬਦ ਨੂੰ ਪਛਾਣਦਾ ਨਹੀਂ ਵੀ ਮਹਾਰਾਜ ਕੀ ਕਹਿੰਦੇ ਨੇ, ਉਹ ਬਾਰ-ਬਾਰ ਜੰਮਦਾ ਤੇ ਮਰਦਾ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨਾ ਕਿਸੇ ਹੀ ਕੇਰਾ। ਹਉ ਦੇ ਵਿੱਚ, ਮੈਂ ਦੇ ਵਿੱਚ ਇਹ ਜਗ ਖਚਿਤ ਹੋ ਰਿਹਾ, ਤੇ ਹੇ ਭਾਈ ਕੋਈ ਕਿਸੇ ਦਾ ਨਹੀਂ, ਸਭ ਝੂਠਾ ਹੀ ਮੋਹ ਹੈ। ਗੁਰੂ ਪਿਆਰ ਵਾਲਿਓ, ਵਾਕਈ ਝੂਠਾ ਮੋਹ ਹੈ ਨਾ। 2 ਬੱਚੇ ਹੋਣ ਕਿਸੇ ਘਰ ਦੇ ਪਰਿਵਾਰ ਦੇ ਵਿੱਚ, ਇੱਕ ਬੱਚਾ ਪੜ੍ਹ ਲਿਖ ਕੇ ਚੰਗੇ ਅਹੁਦੇ ਤੇ ਹੋ ਜਾਵੇ, ਪੈਸੇ ਵਧੀਆ ਕਮਾਉਣ ਲੱਗ ਜਾਵੇ, ਪਰਿਵਾਰ ਵਾਲੇ ਜ਼ਿਆਦਾ ਪਿਆਰ ਉਸੇ ਨਾਲ ਕਰਦੇ ਨੇ। ਰਿਸ਼ਤੇਦਾਰ ਵੀ ਸਾਰੇ ਉਸੇ ਨੂੰ ਗਿਫਟ ਲਿਆ ਕੇ ਦਿੰਦੇ ਨੇ, ਉਸੇ ਨਾਲ ਜੱਫੀਆਂ ਪਾਉਣਗੇ। ਕਿਉਂ? ਕਿਉਂਕਿ ਇਹ ਬੱਚਾ ਲੈ ਕੇ। ਤੇ ਦੂਸਰਾ ਜਿਤਨਾ ਮਰਜ਼ੀ ਚੰਗਾ ਬਣਨ ਦੀ ਕੋਸ਼ਿਸ਼ ਕਰੇ, ਨਹੀਂ। ਦੁਨਿਆਵੀ ਤੌਰ ਤੇ ਇਹੀ ਹੈ ਨਾ, ਜਿਹਦੇ ਕੋਲ ਪੈਸਾ ਹੈ ਅਸੀਂ ਉਹਨੂੰ ਮੰਨਦੇ ਹਾਂ, ਜਿਹਦੇ ਕੋਲ ਪੈਸਾ ਨਹੀਂ ਅਸੀਂ ਉਹਨੂੰ ਕੁਝ ਵੀ ਨਹੀਂ ਮੰਨਦੇ। ਫਿਰ ਮਹਾਰਾਜ ਫਰਮਾਨ ਕਰਦੇ ਨੇ, ਇੱਥੇ ਬੂਝੈ ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਜਿਹੜੇ ਗੁਰਮੁਖ ਉਹ ਮਹਿਲ ਗੁਰੂ ਦਾ ਜਿਹੜਾ ਪ੍ਰਾਪਤ ਕਰ ਲੈਂਦੇ ਨੇ, ਗੁਣ ਗਾਉਂਦੇ ਨੇ, ਉਹਨਾਂ ਦਾ ਨਿਜ ਘਰ ਵਾਸਾ ਹੋ ਜਾਂਦਾ ਹੈ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਜਿਹੜਾ ਇੱਥੇ ਬੁੱਝ ਲੈਂਦਾ ਸੱਚੇ ਗੁਰੂ ਨੂੰ, ਫਿਰ ਆਪਾ ਪਛਾਣ ਲੈਂਦਾ। ਹਰ ਪ੍ਰਭ ਹੈ ਤਿਸ ਕੇਰਾ, ਤੇ ਹਰੀ ਪਿਤਾ ਪਰਮਾਤਮਾ ਵੀ ਉਸੇ ਦਾ ਬਣ ਜਾਂਦਾ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਸਤਿਗੁਰੂ ਤਾਂ ਸਦਾ ਦਿਆਲ ਹੁੰਦਾ ਹੈ, ਸਦਾ ਦਾਤਾਂ ਦੇਈ ਜਾ ਰਿਹਾ, ਪਰ ਬਿਨਾਂ ਭਾਗਾਂ ਦੇ ਪਾਇਆ ਨਹੀਂ ਜਾਂਦਾ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਇੱਕ ਨਦਰ ਕਰਕੇ ਵੇਖਦਾ ਸਾਰਿਆਂ ਦੇ ਉੱਪਰ, ਜਿਹਾ ਜਿਹਾ ਭਾਉ ਕੋਈ ਲੈ ਕੇ ਆਉਂਦਾ ਉਹ ਜਿਹਾ ਫਲ ਪ੍ਰਾਪਤ ਕਰ ਲੈਂਦਾ। ਹੁਣ ਗੁਰੂ ਪਿਆਰ ਵਾਲਿਓ, ਇਹਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਦ੍ਰਿਸ਼ਟਾਂਤ ਆਪ ਜੀ ਨੂੰ ਦੇ ਕੇ ਸਮਾਪਤੀ ਵੱਲ ਵਧਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਤਨੀ ਦੁਨੀਆ ਵਰਲਡ ਜਾਣਦਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰੀ ਕਾਇਨਾਤ ਮੱਥਾ ਟੇਕਦੀ ਹੈ। ਹਰ ਥਾਂ ਤੇ ਗੁਰੂ ਮਹਾਰਾਜ ਪ੍ਰਕਾਸ਼ ਹੈ। ਜਿਹੜੇ ਆਖਦੇ ਨੇ ਸਾਡੇ ਤੇ ਬੜੀ ਕਿਰਪਾ ਹੈ ਸਤਿਗੁਰਾਂ ਦੀ, ਸੱਚੇ ਗੁਰੂ ਦੀ ਕਿਰਪਾ ਹੋ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋ ਸਕਦੀ ਹੈ। ਪਰ ਜਿਹੜੇ ਆਖਦੇ ਨੇ ਸਾਡੇ ਤੇ ਉਹ ਬਾਬੇ ਦੀ ਕਿਰਪਾ ਹੈ, ਖਿਮਾ ਕਰਨਾ, ਉਹਨੂੰ ਜੇ ਕੋਈ ਨਾ ਜਾਣਦਾ ਹੋਵੇ ਤੇ ਇਹਦਾ ਮਤਲਬ ਦੂਸਰਾ ਤਾਂ ਮਰ ਰਿਹਾ।
फिर उन्होंने जानना चाहिए। जेड़े बाबे अजकल है ने संसार ते ना, वो घट ने, उन्होंने घट जानते ने लोग, ते गुरु ग्रंथ साहब महाराज नूं सारे ही जानते ने। फिर गुरु प्यार वाले जेड़े आखदे ने मेरे ते तां बाबा जी की किरपा है, ਇਹਦਾ मतलब ਦੁਚਿਤੀ ਚ ਨੇ ਅਜੇ। ਕਿਰਪਾ ਸਤਿਗੁਰੂ ਦੀ ਹੈ। ਜੇ ਸਤਿਗੁਰੂ ਨੇ ਉਹਨੂੰ ਜੀਵਨ ਦਿੱਤਾ ਨਾ, ਉਹ ਬਾਬੇ ਨੂੰ ਸਾਹ ਉਹ ਬਾਬੇ ਦੇ ਵਿੱਚ ਸਤਿਗੁਰੂ ਨੇ ਹੀ ਪਾਏ ਨੇ। ਜਿੱਦਣ ਕਿਤੇ ਉਹਨੇ ਕੱਢ ਲਏ ਨਾ ਬਾਬਾ ਗੁਰੂ ਪਿਆਰ ਵਾਲੇ, ਉਹਦਾ ਅੰਗੀਠਾ ਤੁਸੀਂ ਬਣਾਉਨੇ ਹੋ, ਪੂਜਦੇ ਹੋ ਉਹਨੂੰ, ਉਹਦੀ ਮੜੀ ਨੂੰ ਵੀ ਮੱਥੇ ਟੇਕਦੇ ਹੋ ਬਾਬੇ ਦੀ ਨੂੰ। ਇਹ ਕੀ ਕੰਮ ਕਰਨ ਲੱਗ ਪਏ ਅਸੀਂ ਸਿੱਖ ਹੋ ਕੇ। ਗੁਰੂ ਪਿਆਰ ਵਾਲੇ ਉਹਨੇ ਸਾਹ ਪਾਏ ਗੁਰੂ ਮਹਾਰਾਜ ਨੇ ਉਹਦੇ ਚ, ਉਹ ਤਾਂ ਜਿਉਂ ਰਿਹਾ। ਜਿਸ ਦਿਨ ਉਹਨੇ ਜੋਤ ਖਿੱਚ ਲਈ ਨਾ, ਉਹ ਬਾਬਾ ਵੀ ਮਿੱਟੀ ਦੀ ਢੇਰੀ ਹੈ ਜਿਹੜੇ ਨੂੰ ਅਸੀਂ ਰੱਬ ਮੰਨੀ ਬੈਠੇ ਹਾਂ। ਸਤਿਗੁਰੂ ਮਹਾਰਾਜ ਨੇ ਦੇਖੋ ਸ਼ੰਕਿਆਂ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਸਾਨੂੰ, ਪਰ ਅਸੀਂ ਫੇਰ ਉਹੀ ਕੰਮ ਕਰਦੇ ਹਾਂ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ ਜਿਹੜੇ ਪੜ੍ਹਦੇ ਨੇ, ਉਹ ਸਾਰਾ ਕੁਝ ਮਹਾਰਾਜ ਨੇ ਵਿੱਚ ਲਿਖ ਦਿੱਤਾ ਉਹਦੇ। ਤੇ ਫਿਰ ਮਹਾਰਾਜ ਆਖਦੇ ਨੇ, ਇੱਕ ਨਜ਼ਰ ਕਰ ਵੇਖਿਆ ਸਭ ਉੱਪਰ, ਸਾਰਿਆਂ ਦੇ ਉੱਪਰ ਇੱਕ ਨਜ਼ਰ ਕਰਕੇ ਵੇਖਦੇ ਨੇ। ਹੁਣ ਗੁਰੂ ਪਿਆਰ ਵਾਲਿਓ, ਸਤਿਗੁਰੂ ਦੇ ਗੁਲਕ ਦੇ ਵਿੱਚ ਕੋਈ 10 ਰੁਪਏ ਦਾ ਨੋਟ ਵੀ ਚੜਾਵੇ ਨਾ, ਪਾਟਿਆ ਹੋਇਆ ਵੀ ਚੜਾ ਜਾਵੇ, ਫਿਰ ਵੀ ਸਤਿਗੁਰੂ ਭਲਾ ਕਰਦੇ ਨੇ। ਪਰ ਚੜਾਉਣਾ ਨਹੀਂ ਚਾਹੀਦਾ, ਮੈਂ ਅੱਗੇ ਵੀ ਬੇਨਤੀ ਕਰੀਏ, ਫਿਰ ਵੀ ਸਤਿਗੁਰੂ ਭਲਾ ਕਰਦੇ ਨੇ। ਪਰ ਖਿਮਾ ਕਰਨਾ, ਬਾਬੇ ਨੂੰ ਕਿਸੇ ਨੂੰ ਏਸੀ ਲੱਗੇ, ਹੁਣ ਅਸੀਂ ਮਿਲਣ ਜਾਣਾ ਹੋਵੇ ਨਾ, ਬਖਸ਼ ਲਵੇ ਮੈਨੂੰ ਮਹਾਰਾਜ, 500 ਦਾ ਨੋਟ ਦਾ ਮੱਥਾ ਜਿਹੜਾ ਟੇਕੂਗਾ ਨਾ, ਉਹਨੂੰ ਤਾਂ ਬਾਬਾ ਜੱਫੀ 'ਚ ਲੈ ਕੇ ਮਿਲੂਗਾ, ਨਾਲੇ ਬਦਾਮ ਤੇ ਖੀਰਾਂ ਦੀ ਚਾਹ ਵੀ ਆਊਗੀ। ਪਰ ਐਸੇ ਸੰਤ ਬਹੁਤ ਘੱਟ ਨੇ, ਐਸੇ ਮਹਾਂਪੁਰਖ ਬਹੁਤ ਘੱਟ ਨੇ ਜਿਹੜਿਆਂ ਨੂੰ ਕੋਈ ਫਰਕ ਹੀ ਨਹੀਂ, ਕੋਈ ਆਵੇ ਉਹਨਾਂ ਕੋਲ। ਬਾਬਾ ਸੁਲੱਖਣ ਸਿੰਘ ਜੀ ਖਜੂਰੀਏ ਵਾਲੇ, ਅਨੰਦਪੁਰ ਸਾਹਿਬ ਵਾਲੇ, ਐਸੇ ਜਿਨ੍ਹਾਂ ਨੇ ਪੂਰੀ ਉਮਰ ਬੱਸਾਂ 'ਚ ਕੱਢ ਦਿੱਤੀ ਤੇ ਗੁਰੂ ਪਿਆਰ ਵਾਲੇ ਪੰਥ ਦੀ ਸੇਵਾ ਕੀਤੀ। ਐਸੇ ਬੜੇ ਘੱਟ ਵਿਰਲੇ ਨੇ ਜਿਹੜੇ ਮੱਥਾ ਵੀ ਟੇਕਣ ਨਹੀਂ ਦਿੰਦੇ, ਬੜੇ ਘੱਟ, ਕਿ ਸਾਨੂੰ ਮੱਥਾ ਨਾ ਟੇਕੋ, ਮਹਾਰਾਜ ਨੂੰ ਮੱਥਾ ਟੇਕੋ, ਸਾਡੇ ਵਰਗੀ ਦੀ ਮੜੀ ਨੂੰ ਕੱਲ ਨੂੰ ਫੇਰ ਪੂਜੋਗੇ। ਜਿਹੜੇ ਭਰਮਾਂ ਚੋਂ ਕੱਢਦੇ ਨੇ ਐਸੇ ਸੰਤ। ਤੇ ਗੁਰੂ ਪਿਆਰ ਵਾਲਿਓ, ਹੁਣ ਜਿਹਨੇ ਤਾਂ 500 ਦਾ 1000 ਦਾ ਨੋਟ ਚੜਾਇਆ, ਉਹਦੇ ਲਈ ਤਾਂ ਬਦਾਮਾਂ ਵਾਲੀ ਖੀਰ ਵੀ ਆ ਗਈ, ਦੁੱਧ ਵੀ ਆ ਗਿਆ ਵਧੀਆ। ਹੁਣ ਜਿਹੜੇ ਨੇ ਵਿਚਾਰੇ ਨੇ 10 ਰੁਪਏ ਦੀ ਸਮਰੱਥਾ, ਜਿਹਨੇ 10 ਰੁਪਏ ਦਾ ਮੱਥਾ ਟੇਕਤਾ ਨਾ, ਮਿਲਣ ਦਾ ਟਾਈਮ ਹੀ ਨਹੀਂ, ਉਹਨੂੰ ਕਹਿੰਦੇ ਨੇ ਬਾਹਰੇ ਦਰਵਾਜ਼ੇ ਤੋਂ ਮੁੜ ਜਾਵੋ। ਹੁਣ ਮਸਲੇ ਕੌਣ ਸੁਣੂਗਾ? ਪੰਥ ਦਾ ਸਰਮਾਇਆ ਬਣਾਇਆ ਤੁਹਾਨੂੰ, ਮਸਲੇ ਕੌਣ ਸੁਣੂਗਾ? ਪਰ ਜਿਹੜੇ ਸੁਣਦੇ ਨੇ ਉਹ ਧੰਨਤਾ ਦੇ ਯੋਗ ਨੇ, ਜਿਨ੍ਹਾਂ ਕੋਲ ਜਾਂਦੀ ਹੈ ਸੰਗਤ। ਅੱਜ ਵੀ ਮੇਰੇ ਯਾਦ ਹੈ ਗੁਰੂ ਪਿਆਰ ਵਾਲੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਸੇਵਾ ਕਰਦੇ ਨੇ ਨਾ, ਮਹਿੰਗਾਪੁਰ ਚਲੇ ਜਾਓ, ਹਸਪੀਟਲ ਬਣਾ ਦਿੱਤਾ ਇੱਕ, ਫਰੀ ਹੈ ਉਹ, ਅੱਖਾਂ ਦਾ ਇਲਾਜ ਕੋਈ ਵੀ ਕਰਾਵੇ, ਕੋਈ ਵੀ ਜਾ ਸਕਦਾ ਉੱਥੇ, ਕੋਈ ਵੀ ਫਰੀ ਇਲਾਜ। ਐਸੇ ਜਿਹੜੇ ਕੰਮ ਨੇ ਜਿਹੜੇ ਕਰ ਰਹੇ ਨੇ ਨਾ, ਵਾਕਈ ਉਹ ਧੰਨਤਾ ਦੇ ਯੋਗ ਨੇ, ਜਿਹੜਿਆਂ ਨੂੰ ਕੋਈ ਮਤਲਬ ਹੀ ਨਹੀਂ ਪੈਸਿਆਂ ਨਾਲ। ਠੀਕ ਹੈ ਭਾਈ, ਸੰਗਤ ਦਾ ਭਲਾ ਕਰਨਾ, ਪਰ ਸਕੂਲ ਵੀ ਬਣਵਾਓ ਜਿਨ੍ਹਾਂ ਤੋਂ ਸਿੱਖਿਆ ਮਿਲਣੀ ਹੈ। ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿਓ, ਬੱਚਿਆਂ ਨੂੰ ਪੈਸਾ ਦਿਓ ਨਾ ਹੱਥ ਦੇ ਨਾਲ, ਬੱਚਿਆਂ ਨੂੰ ਪੈਸੇ ਕਮਾਉਣ ਦੇ ਢੰਗ ਸਿਖਾਓ, ਵਿਦਿਆਲੇ ਬਣਾਓ। ਅੱਜ ਸਾਡੀ ਕੌਮ ਦੀ ਦੁਰਗਤੀ ਇਸੇ ਕਰਕੇ, ਸਕੂਲ ਸਾਡੇ ਬੱਚਿਆਂ ਨੂੰ ਚਾਹੀਦੇ ਨੇ। ਗਰੀਬ ਆਪਣਾ ਬੱਚਾ ਪੜ੍ਹਾ ਹੀ ਨਹੀਂ ਸਕਦਾ ਚੰਗੇ ਸਕੂਲਾਂ 'ਚ, ਫੀਸਾਂ ਬੜੀਆਂ ਹੋ ਗਈਆਂ। ਤੇ ਗੁਰੂ ਪਿਆਰ ਵਾਲਿਓ, ਫਿਰ ਗਰੀਬ ਨੂੰ ਇਲਾਜ ਵੀ ਫ੍ਰੀ ਚਾਹੀਦਾ ਹੈ। ਆਪਣੀ ਕੌਮ ਦੇ ਲਈ ਇਹ ਮੈਸੇਜ ਬਹੁਤ ਜ਼ਰੂਰੀ ਹੈ। ਬਾਰ-ਬਾਰ ਇਸੇ ਕਰਕੇ ਬੇਨਤੀ ਕਰੀਂਦੀ ਹੈ ਸਟੇਜ ਤੇ ਕਿ ਇਹ ਮੈਸੇਜ ਕਿਸੇ ਨਾ ਕਿਸੇ ਦੇ ਮਨ ਦੇ ਵਿੱਚ ਚਲਿਆ ਜਾਵੇ। ਖਾਲਸਾ ਏਡ ਵਾਲਿਆਂ ਨੇ ਬਹੁਤ ਪ੍ਰਚਾਰ ਕੀਤਾ ਸਿੱਖੀ ਦਾ, ਵਿਦੇਸ਼ਾਂ ਦੇ ਵਿੱਚ ਲੰਗਰ ਲਾਏ। ਮੈਂ ਕਹਿੰਦਾ ਠੀਕ ਹੈ, ਪਰ ਤੁਸੀਂ ਆਪਣਿਆਂ ਤੋਂ ਕਿਉਂ ਨਹੀਂ ਸ਼ੁਰੂ ਕਰਦੇ? ਤੁਹਾਡੇ ਆਪਣੇ ਘਰ ਦੇ ਬੱਚੇ ਤਾਂ ਭੁੱਖੇ ਮਰ ਰਹੇ ਨੇ, ਸਿੱਖਾਂ ਦੇ ਬੱਚੇ ਭੁੱਖੇ ਮਰ ਰਹੇ ਨੇ, ਰੋਟੀ ਖਾਣ ਨੂੰ ਨਹੀਂ ਮਿਲ ਰਹੀ ਉਹਨਾਂ ਨੂੰ। ਐਸੇ ਸਿੱਖਾਂ ਦੇ ਪਰਿਵਾਰ ਨੇ ਗੁਰੂ ਪਿਆਰ ਵਾਲਿਓ, ਐਸੇ ਸਿੱਖਾਂ ਦੇ ਪਰਿਵਾਰਾਂ 'ਚ ਦਾਸ ਪਾਠ ਕਰਨ ਜਾਂਦਾ ਰਿਹਾ। ਸੁਖਮਨੀ ਸਾਹਿਬ ਦਾ ਪਾਠ ਕਰਵਾਇਆ, 200 ਰੁਪਏ ਬਾਬਾ ਜੀ ਇਹੀ ਹੈ, ਲਿਆਓ ਭਾਈ, ਕੋਈ ਗੱਲ ਨਹੀਂ। ਛੱਪਰ ਪਏ ਨੇ ਕੱਚੇ ਗੁਰੂ ਪਿਆਰ ਵਾਲੇ, ਉਹਨਾਂ ਦੇ ਖਾਣ ਨੂੰ ਨਹੀਂ। ਰੋਣਾ ਆਉਂਦਾ ਵੇਖ ਕੇ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ, ਉਹਨਾਂ ਦੇ ਛੱਪਰ ਪਏ ਨੇ। ਐਸਾ ਕੰਮ ਨਾ ਕਰੋ, ਇਹਨਾਂ ਦੀ ਬਾਹ ਫੜੋ, ਇਹਨਾਂ ਦੀ ਤੁਹਾਡੇ ਨੇ ਇਹ। ਜੇਕਰ ਨਹੀਂ ਬਾਹ ਫੜੋਗੇ, ਕੱਲ ਨੂੰ ਇਹ ਰੁਲ ਜਾਣਗੇ ਹੀਰੇ ਕੌਮ ਦੇ। ਉਹਦੇ ਵਿੱਚੋਂ ਗਰੀਬ ਘਰਾਂ ਦੇ ਵਿੱਚੋਂ ਕੋਈ ਵੱਡਾ ਸਾਇੰਟਿਸਟ ਵੀ ਹੈ, ਕੋਈ ਵੱਡਾ ਵਿਦਵਾਨ ਵੀ ਹੈ, ਕੋਈ ਤੁਹਾਡਾ ਵੱਡਾ ਕਾਰੋਬਾਰ ਚਲਾਉਣ ਵਾਲਾ ਬਿਜ਼ਨਸਮੈਨ ਵੀ ਹੈ। ਉਹਨਾਂ ਗਰੀਬ ਘਰਾਂ ਦੇ ਵਿੱਚੋਂ ਨਿਕਲਣਾ ਹੈ। ਅੱਜ ਸਾਨੂੰ ਸਾਡੀ ਕੌਮ ਨੂੰ ਸਿੱਖਿਆ ਦੀ ਲੋੜ ਹੈ।
ਪ੍ਰਚਾਰ ਤੇ ਬਹੁਤ ਹੋ ਰਿਹਾ ਹੈ। ਇਹਨਾਂ ਨੂੰ ਉਹ ਚੀਜ਼ਾਂ ਦੀ, ਉਹ ਸਾਧਨਾ ਦੀ ਲੋੜ ਹੈ ਜਿਨ੍ਹਾਂ ਕਰਕੇ ਇਹ ਆਪ ਸਮਰੱਥ ਹੋ ਸਕਣ, ਆਪ ਖੜ ਸਕਣ। ਸਾਡੇ ਆਉਣ ਵਾਲੀ ਪੀੜ੍ਹੀ ਦੇ ਬੱਚੇ, ਇਹਨਾਂ ਨੂੰ ਗਿਆਨ ਹੋ ਜਾਵੇ, ਆਪ ਪੈਸਾ ਕਮਾਉਣ ਦੇ ਲਾਇਕ ਹੋ ਸਕਣ। ਹੁਣ ਗੁਰੂ ਪਿਆਰ ਵਾਲਿਓ ਆਖਦੇ ਨੇ ਰਾਜ ਕਰੇਗਾ ਖਾਲਸਾ। ਕਿਸ ਤਰ੍ਹਾਂ ਰਾਜ ਕਰੇਗਾ ਖਾਲਸਾ? ਖਾਲਸਾ ਰਾਜ ਤਾਂ ਕਰੇਗਾ, ਦੇਸ਼ ਨਾ ਬਣਾਓ। ਜਿਹੜੇ ਆਖਦੇ ਨੇ ਖਾਲਿਸਤਾਨ ਬਣਾਉਣਾ, ਜ਼ਬਾਨ 'ਚ ਕੀੜੇ ਪੈਣ ਇਹ ਜਿਹਾਂ ਦੇ, ਜਿਹੜੇ ਖਾਲੀ ਫੋਕੇ ਬਸ ਨਾਰੇ ਲਾ ਛੱਡੇ ਨੇ। ਉਹ ਖਾਲਿਸਤਾਨ ਤਾਂ ਤੁਹਾਡਾ ਆਪੇ ਬਣ ਜਾਵੇਗਾ। ਤੁਸੀਂ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਉਤਲੀਆਂ ਪੋਸਟਾਂ ਤੇ, ਹਰ ਇੱਕ ਪੋਸਟ ਤੇ ਸਿੱਖ ਵੀਰ ਬੈਠਾ ਹੋਵੇ, ਖਾਲਿਸਤਾਨ ਤਾਂ ਆਪੇ ਬਣ ਗਿਆ ਨਾ। ਹਲੇਮੀ ਰਾਜ ਤਾਂ ਆਪੇ ਹੋ ਗਿਆ। ਹਰ ਇੱਕ ਤੁਹਾਡੇ ਹਰ ਇੱਕ ਮਹਿਕਮੇ ਦੇ ਵਿੱਚ ਸਿੱਖ ਵੀਰ ਹੋਵੇ। ਜਿੱਥੇ ਵੀ ਹਸਪਤਾਲ, ਵਿਦਿਆਲਿਆ ਖੁਲਵਾਓ, ਉੱਥੇ ਸਿੱਖਾਂ ਨੂੰ ਫਸਟ ਜਿਹੜੀ ਹੈ, ਸਿੱਖਾਂ ਨੂੰ ਪਹਿਲ ਦਿੱਤੀ ਜਾਵੇ ਨੌਕਰੀ ਦੇ ਲਈ। ਗਾਤਰੇ ਕਿਰਪਾਨ ਧਾਰੀ ਸਿੱਖ ਹੋਣ, ਅੰਮ੍ਰਿਤ ਛਕੇ ਹੋਏ ਸਿੱਖ ਹੋਣ, ਉੱਥੇ ਨੌਕਰੀ ਕਰਦੇ ਹੋਣ। ਖਾਲਿਸਤਾਨ ਤਾਂ ਆਪ ਹੀ ਬਣ ਗਿਆ। ਤੇ ਫਿਰ ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਅਲੱਗ ਟੁਕੜੇ ਦੀ ਮੰਗ ਕਰਦੇ ਹਾਂ ਨਾ, ਧਰਤੀ ਤਾਂ ਉਹੀ ਹੈ ਨਾ। ਜੇ ਖਾਲਿਸਤਾਨ ਮੰਨ ਲਓ ਬਣਾ ਵੀ ਲਿਆ, ਅੱਜ ਜਿਹੜੇ ਗੱਲ ਕਰਦੇ ਨੇ, ਮੈਂ ਮਾਫੀ ਮੰਗ ਲਵਾਂ, ਲਾਈਵ ਚੱਲ ਰਿਹਾ, ਜੇ ਖਾਲਿਸਤਾਨ ਵੈਸੇ ਬਣਦਾ ਨਹੀਂ, ਜੇ ਖਾਲਿਸਤਾਨ ਬਣ ਗਿਆ ਗਰੀਬ ਸਿੱਖਾਂ ਦਾ ਘਾਣ ਹੋਵੇਗਾ। ਜਿਹੜੇ ਅਹੁਦੇ ਨੇ ਉਹ ਉਹੀ ਲੈਣਗੇ, ਜਿਹੜੇ ਰਾਜਨੀਤੀ ਇੱਥੇ ਕਰਦੇ ਪਏ ਨੇ ਉਹੀ ਉੱਥੇ ਕਰਨਗੇ। ਗਰੀਬਾਂ ਦੇ ਹੱਥ ਫੇਰ ਨਹੀਂ ਕੁਝ ਆਉਣਾ। ਘਾਣ ਕਰਵਾ ਲੈਂਦੇ ਨੇ ਕੌਮਾਂ ਦਾ ਇਹ ਜੇ। ਗੁਰੂ ਪਿਆਰ ਵਾਲਿਓ, ਅੱਜ ਲੋੜ ਹੈ ਸਾਨੂੰ ਜਾਗਣ ਦੀ, ਅੱਜ ਆਪਣੀ ਕੌਮ ਨੂੰ ਮਜ਼ਬੂਤ ਕਰਨ ਦੀ। ਅਸੀਂ ਆਪਣੀ ਕੌਮ ਨੂੰ ਮਜ਼ਬੂਤ ਕਰੀਏ, ਗਰੀਬ ਸਿੱਖਾਂ ਨੂੰ ਉੱਪਰ ਚੱਕੀਏ, ਇਹਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕੀਏ। ਸਾਨੂੰ ਲੋੜ ਹੈ, ਸਾਨੂੰ ਲੋੜ ਨਹੀਂ ਉਹਨਾਂ ਦੀ। ਗੁਰੂ ਪਿਆਰ ਵਾਲਿਓ, ਜਿਹੜੇ ਸਤਨਾਮ ਵਾਹਿਗੁਰੂ ਜਪਾ ਕੇ ਕੰਮ ਸਾਰ ਛੱਡਿਆ, ਜਿਨ੍ਹਾਂ ਨੇ 2-2 ਘੰਟੇ, ਮੈਂ ਕਹਿੰਦਾ ਜਪੋ, ਠੀਕ ਹੈ, ਜਪਣਾ ਚਾਹੀਦਾ, ਪਰ ਗੁਰੂ ਪਿਆਰ ਵਾਲਿਓ ਉੱਤੋਂ ਨੋਟਾਂ ਦੀਆਂ ਗੱਡੀਆਂ ਨਹੀਂ ਗਿਰ ਚੱਲੀਆਂ। ਇਹ ਕਹਿਣ ਦੇ ਨਾਲ, ਉਹਦੇ ਨਾਲ ਤੁਹਾਡਾ ਆਤਮਿਕ ਅਵਸਥਾ ਉੱਚੀ ਹੋਵੇਗੀ। ਜਿਹੜੀ ਫਿਜ਼ੀਕਲ ਲੋੜ ਹੈ ਤੁਹਾਡੀ, ਉਹ ਬਾਹਰ ਕੰਮ ਕਰਨ ਦੇ ਨਾਲ ਪੂਰੀ ਹੋਵੇਗੀ। ਪਰ ਜਿਹੜਾ ਸਤਨਾਮ ਵਾਹਿਗੁਰੂ ਜਪਣਾ, ਇਹਦੇ ਨਾਲ ਤੁਹਾਡੀ ਆਤਮਿਕ ਪੱਧਰ ਉੱਚਾ ਹੋਵੇਗਾ। ਤੁਹਾਡਾ ਜੀਵਨ ਜਦੋਂ ਸੁੱਚਾ ਹੋਵੇਗਾ, ਤੁਸੀਂ ਦੂਸਰੇ ਦੀ ਮਦਦ ਕਰੋਗੇ। ਇਸ ਕਰਕੇ ਜਪਣਾ ਹੈ। ਇਸ ਕਰਕੇ ਨਹੀਂ ਜਪਣਾ ਕਿ ਉੱਪਰੋਂ ਕੋਈ ਪੇਟੀ ਗਿਰ ਜਾਵੇਗੀ ਜਹਾਜ਼ ਤੋਂ ਨੋਟਾਂ ਦੀ ਚੱਕ ਕੇ, ਫਿਰ ਅਸੀਂ ਆਪਣਾ ਕੰਮ ਚਲਾਵਾਂਗੇ, ਉੱਤੋਂ ਥਾਲ ਲੱਗ ਕੇ ਆ ਜਾਣਗੇ। ਇਸ ਕਰਕੇ ਜਪਣਾ ਕਿ ਸਾਡੀ ਆਤਮਾ ਜਿਹੜੀ ਹੈ ਨਾ, ਇਹਨਾਂ ਵਿੱਚੋਂ ਬੁਰਾਈਆਂ ਨਿਕਲ ਜਾਣ। ਸਾਡੇ ਹਿਰਦੇ ਰੂਪੀ ਘਰ ਦੇ ਵਿੱਚੋਂ ਜਦੋਂ ਬੁਰਾਈਆਂ ਨਿਕਲ ਗਈਆਂ, ਅਸੀਂ ਦੂਸਰੇ ਦੀ ਬਾਹ ਫੜਾਂਗੇ। ਉਸ ਵਕਤ ਸਾਨੂੰ ਦੂਸਰਾ ਭਾਈ ਲੱਗੇਗਾ, ਦੂਸਰਾ ਵੀਰ ਲੱਗੇਗਾ, ਦੂਸਰੇ ਦਾ ਬੱਚਾ ਆਪਣੇ ਬੱਚੇ ਦੇ ਤੁੱਲ ਪਿਆਰਾ ਲੱਗੇਗਾ, ਜਿਸ ਵਕਤ ਬੁਰਾਈਆਂ ਨਿਕਲ ਗਈਆਂ। ਫਿਰ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਹੇ ਨਾਨਕ, ਨਾਮ ਉਹਨਾਂ ਦੇ ਮਨ ਦੇ ਵਿੱਚ ਵਸਦਾ ਜਿਨ੍ਹਾਂ ਨੇ ਵਿੱਚੋਂ ਆਪਾ ਗਵਾ ਲਿਆ। ਅੱਜ ਲੋੜ ਹੈ ਗੁਰੂ ਪਿਆਰ ਵਾਲਿਓ ਸਾਨੂੰ ਆਪਾ ਭਾਵ ਗਵਾਉਣ ਦੀ। ਆਪਣੀਆਂ ਘਰ ਦੀਆਂ ਲੜਾਈਆਂ ਘਰੇ ਰੱਖ ਕੇ ਆਇਆ ਕਰੋ। ਜਦੋਂ ਗੁਰੂ ਘਰ ਆਉਨੇ ਆ, ਉਦੋਂ ਸਾਰਿਆਂ ਨਾਲ ਮਿਲੋ ਹੱਸ ਕੇ। ਉਸ ਵਕਤ ਕਿਉਂ ਮਿਲਣਾ ਜੀ? ਅੱਜ ਸਾਡੀ ਕੌਮ ਨੂੰ ਲੋੜ ਹੈ ਇੱਕ ਹੋਣ ਦੀ। ਅਸੀਂ ਆਪਸ ਦੇ ਵਿੱਚ ਜੁਦੇ ਆ। ਗੁਰੂ ਘਰ 4 ਬੰਦੇ ਬੈਠੇ ਹੋਣਗੇ, ਚਾਰਾਂ ਦੀ ਵਿਚਾਰਧਾਰਾ ਅਲੱਗ-ਅਲੱਗ ਹੋਊਗੀ ਬਾਣੀ ਬਾਰੇ। 10 ਸਿੱਖ ਗੁਰੂ ਘਰ ਬੈਠੇ ਹੋਣਗੇ, ਗੁਰੂ ਪਿਆਰ ਵਾਲਿਓ 10 ਦਾ ਮਤ ਆਪਸ ਦੇ ਵਿੱਚ ਨਹੀਂ ਮਿਲਦਾ ਹੋਵੇਗਾ। ਅੱਜ ਸੱਚੇ ਗੁਰੂ ਨਾਲ ਜੁੜਨ ਦੀ ਲੋੜ ਹੈ ਗੁਰੂ ਪਿਆਰ ਵਾਲਿਓ। ਨਾਨਕ ਸ਼ਾਹੀ ਕੈਲੰਡਰ ਛਾਪਿਆ ਸੀ, ਨਾਨਕ ਸ਼ਾਹੀ ਕੈਲੰਡਰ ਬਾਅਦ ਦੇ ਵਿੱਚ ਬੰਦ ਹੋ ਗਿਆ। ਤਰੀਕਾਂ ਇੱਕ ਹੋ ਜਾਣਗੀਆਂ, ਕੌਮ ਇਕੱਠੀ ਹੋ ਜੂਗੀ, ਇਸੇ ਕਰਕੇ ਤਾਂ ਉਹ ਬੰਦ ਕਰ ਦਿੱਤਾ। ਇੱਕ ਨਹੀਂ ਹੋਣ ਦੇਣਾ। ਇੱਕ ਹੋਣ ਦੇ ਸਾਧਨ ਕਰੋ। ਇੱਕ ਹੋਣ ਦੇ ਸਾਧਨ ਕਿਸ ਤਰ੍ਹਾਂ ਹੋਣਗੇ? ਜਦੋਂ ਦਿਹਾੜੇ ਮਨਾਵੋ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਸ ਇਲਾਕਿਆਂ ਦੇ ਗੁਰਦੁਆਰਿਆਂ ਦੇ ਵਿੱਚ ਮਨਾਇਆ ਜਾਵੇ, ਉਹਨਾਂ ਇਲਾਕਿਆਂ ਦੇ ਵਿੱਚ ਡੇਟ ਇੱਕ ਰੱਖੀ ਜਾਵੇ। ਗੁਰੂ ਪਿਆਰ ਵਾਲਿਓ, ਅਖੰਡ ਪਾਠ ਤਾਂ 10 ਕਰਾ ਲਏ, ਅੱਗੇ ਪਿੱਛੇ ਨਹੀਂ। ਉਸੇ ਤਰੀਕ ਦੇ ਵਿੱਚ ਕਈ ਭੋਗ ਪਾਉਂਦੇ ਨੇ, ਨਹੀਂ ਜੀ ਅਸੀਂ ਉਸੇ ਤਰੀਕ ਨੂੰ ਭੋਗ ਪਾਉਣਾ। ਤੇ ਮੈਂ ਉਹਨਾਂ ਤੋਂ ਪੁੱਛਦਾ, ਜਿਹੜੇ ਆਖਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ, ਉਸੇ ਤਰੀਕ ਨੂੰ, ਪ੍ਰਕਾਸ਼ ਤਾਂ ਉਹਨਾਂ ਦਾ ਹਰ ਟਾਈਮ ਹੈ, ਜਦ ਮਰਜ਼ੀ ਮਨਾਈ ਜਾਓ। ਜਿਹੜੇ ਗੁਰੂ ਨਾਲ ਜੁੜੇ ਨੇ ਨਾ, ਉਹ ਤਰੀਕ ਨਹੀਂ, ਉਹ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਵਾਰ ਆਇਆ ਸੀ ਤੇ ਉਹ ਹੁਣ ਦੁਬਾਰੇ ਆਉਂਦਾ ਹੀ ਰਹੂਗਾ। ਉਹ ਜਿਹੜੇ ਸਟੇਜਾਂ ਦੇ ਉੱਤੇ ਕੀਰਤਨ ਕਰਦੇ ਨੇ, ਆਵੀਂ ਬਾਬਾ ਨਾਨਕਾ, ਉਹ ਬਾਬਾ ਨਾਨਕ ਤਾਂ ਆਇਆ ਬੈਠਾ ਸਾਹਮਣੇ,
ਸਾਡੀਆਂ ਅੱਖਾਂ ਨੂੰ ਨਹੀਂ ਦਿਖਦਾ। ਅੱਜ ਸਾਡੇ ਕੋਲ 24 ਘੰਟੇ ਮੌਜੂਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਪਹਿਲੋਂ ਤਾਂ ਸਰੀਰ ਕਰਕੇ ਜਦੋਂ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਤਨਾ ਟਾਈਮ ਲੱਗ ਜਾਇਆ ਕਰਦਾ ਸੀ ਦੂਸਰੇ ਸਿੱਖ ਕੋਲ ਪਹੁੰਚਣ ਲਈ ਉਹਨਾਂ ਨੂੰ। ਹੁਣ ਤੇ ਬਾਬਾ ਹਰ ਥਾਂ ਤੇ ਮੌਜੂਦ ਹੈ, ਘਰ ਘਰ ਬਾਬਾ ਗਾਵੀ ਹੈ। ਹੁਣ ਤਾਂ ਘਰ ਘਰ ਦੇ ਵਿੱਚ ਮੌਜੂਦ ਹੈ। ਜਦ ਮਰਜੀ ਜਨਮ, ਜਦ ਮਰਜੀ ਪ੍ਰਕਾਸ਼ ਪੁਰਬ ਮਨਾਈ ਜਾਓ। ਜਨਮ ਤਾਂ ਸਾਡੇ ਵਰਗਿਆਂ ਦੇ ਹੁੰਦੇ ਨੇ, ਉਹਨਾਂ ਦਾ ਪ੍ਰਕਾਸ਼ ਹੋਇਆ ਬਸ। ਤੇ ਪ੍ਰਕਾਸ਼ ਕਦੇ ਮਨਾਇਆ ਨਹੀਂ ਜਾਂਦਾ, ਪ੍ਰਕਾਸ਼ ਅਨੁਭਵ ਕੀਤਾ ਜਾਂਦਾ ਹੈ, ਅਨੁਭਵ। ਤੇ ਜਿਹਨੂੰ ਹੋ ਗਿਆ ਨਾ ਉਹਦੇ ਹਿਰਦੇ ਰੂਪੀ ਅੰਦਰ ਬਸ ਸਦਾ ਹੀ ਪ੍ਰਕਾਸ਼ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ। ਗੁਰੂ ਪਿਆਰ ਵਾਲਿਓ, ਰੋਜ਼ਾਨਾ ਦਾਸ ਬੇਨਤੀ ਕਰਦਾ ਹੁੰਦਾ, ਜੋ ਗੁਰੂ ਘਰ ਦੀ ਇਮਾਰਤ ਦੀ ਉਸਾਰੀ ਦੇ ਲਈ ਇਹ ਜਿਹੜਾ ਲਾਈਵ ਟੈਲੀਕਾਸਟ ਆ ਰਿਹਾ, ਇਹ ਇੱਕ ਮੁਹਿੰਮ ਨਾਲ ਜੋੜਿਆ ਹੋਇਆ। ਇਹਦੇ ਵਿੱਚ ਨੰਬਰ, ਅਕਾਊਂਟ ਨੰਬਰ ਰੋਜ਼ਾਨਾ ਲਾਈਵ ਹੋ ਰਿਹਾ ਹੈ। ਉਸ ਅਕਾਊਂਟ ਨੰਬਰ ਦੇ ਵਿੱਚ ਪੈਸਾ ਆਦਿਕ ਪਵਾ ਕੇ, ਮਾਇਆ ਆਦਿਕ ਦੇ ਨਾਲ ਤੁਸੀਂ ਇਮਾਰਤ ਦੀ ਉਸਾਰੀ ਦੇ ਵਿੱਚ ਹਿੱਸਾ ਪਾ ਕੇ ਸੇਵਾ ਕਰ ਸਕਦੇ ਹੋ। ਨਵੇਂ ਦਰਬਾਰ ਦੀ ਉਸਾਰੀ ਹੋ ਰਹੀ ਹੈ, ਜਿਹੜਾ ਕੰਮ ਚੱਲ ਰਿਹਾ ਹੈ ਉਸ ਦੇ ਵਿੱਚ ਹਿੱਸਾ ਪਾ ਸਕਦੇ ਹੋ। 100 ਪਾਓ, 200 ਪਾਓ, ਉਹ ਤੁਹਾਡੀ ਸ਼ਰਧਾ ਹੈ। ਤੇ ਗੁਰੂ ਪਿਆਰ ਵਾਲੇ, ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ। ਸੰਗਤ ਦੇ ਵਿੱਚ ਬੜੀ ਵੱਡੀ ਪਾਵਰ ਹੋਇਆ ਕਰਦੀ ਹੈ, ਸੰਗਤ ਦੀ ਬੂੰਦ ਬੂੰਦ। ਸੰਗਤ ਦਾ ਇੱਕ ਇੱਕ ਕਿਣਕਾ ਵੱਡੀਆਂ ਵੱਡੀਆਂ ਗੋਲਕਾਂ ਦਾ ਰੂਪ ਲੈ ਲੈਂਦਾ ਹੈ। ਸੰਗਤ ਦੇ ਵਿੱਚ ਵੱਡੀ ਪਾਵਰ ਹੈ। ਸੋ ਅੱਜ ਲੋੜ ਹੈ ਸਾਨੂੰ ਗੁਰੂ ਮਹਾਰਾਜ ਦੇ ਨਾਲ ਜੁੜਨ ਦੀ, ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜਨ ਦੀ। ਬੱਚਿਆਂ ਨੂੰ ਆਪਣਿਆਂ ਨੂੰ ਲੈ ਕੇ ਆਇਆ ਕਰੋ, ਛੋਟੇ ਹੁੰਦਿਆਂ ਨੂੰ ਚੌਰ ਸਾਹਿਬ ਕਰਨਾ ਵੀ ਸਿਖਾਓ। ਉਹਨਾਂ ਨੂੰ ਜੇ ਅੱਜ ਚੌਰ ਸਾਹਿਬ ਤੋਂ ਮਨਾ ਕਰਤਾ ਨਾ, ਕਈ ਥਾਵਾਂ ਤੇ ਦੇਖਿਆ ਮੈਂ, ਬੱਚੇ ਨੂੰ ਛੇੜਨ ਨਾ ਦਿਓ। ਕੀ ਗੱਲ ਹੈ? ਬੱਚਾ ਜੇ ਚੌਰ ਸਾਹਿਬ ਕਰਨ ਲੱਗ ਪਿਆ ਨਾ, ਕੱਲ ਨੂੰ ਪਾਠ ਵੀ ਕਰੇਗਾ ਗੁਰਬਾਣੀ ਦਾ। ਜੇ ਉਹਨੂੰ ਡਾਂਟ ਦਿੱਤਾ, ਅੱਜ ਡਾਂਟ ਕੇ ਨਹੀਂ, ਪਿਆਰ ਨਾਲ ਉਹਨੂੰ ਸਮਝਾਓ, ਇਸ ਤਰ੍ਹਾਂ ਕਰੀਦਾ ਤਰੀਕਾ। ਜੇ ਅੱਜ ਡਾਂਟ ਦਿੱਤਾ, ਕੱਲ ਨੂੰ ਬੱਚਾ ਗੁਰੂ ਘਰ ਨਹੀਂ ਆਵੇਗਾ। ਅੱਜ ਬੱਚਿਆਂ ਨੂੰ ਪਿਆਰ ਦੀ ਲੋੜ ਹੈ, ਤੁਹਾਡੇ ਟਾਈਮ ਦੀ ਲੋੜ ਹੈ। ਆਪਣੇ ਬੱਚਿਆਂ ਨੂੰ ਟਾਈਮ ਦਿਓ, ਪਿਆਰ ਦਿਓ। ਬਿਜ਼ਨਸ ਤਾਂ ਬੜੇ ਕਰ ਲਏ ਅਸੀਂ, 1 ਘੰਟਾ ਆਪਣੇ ਬੱਚਿਆਂ ਲਈ ਜ਼ਰੂਰ ਕੱਢੋ। ਮੈਂ ਰੋਜ਼ ਬੇਨਤੀ ਕਰਦਾ ਹੁੰਦਾ, ਗੁਰੂ ਪਿਆਰ ਵਾਲਿਓ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਪ ਜੈਸੀ ਸੰਗਤ ਦੇ ਜੋੜੇ ਝਾੜਦਾ ਰਹਾ, ਸੇਵਾ ਕਰਦੇ ਆਂ, ਬਾਣੀ ਪੜ੍ਹਦੇ ਆਂ, ਕਥਾ ਵਿਚਾਰਾਂ ਕਰਦੇ ਆਂ, ਕਦੇ ਹੰਕਾਰ ਦਾ ਕਿਣਕਾ ਮਨ ਦੇ ਵਿੱਚ ਨਾ ਸਤਿਗੁਰੂ ਆਉਣ ਦੇ ਦੇਣ ਕਿਤੇ। ਬਸ ਇੱਥੋਂ ਹੀ ਬਚਾਉਣ, ਇਹੀ ਸਾਡਾ ਬੇੜਾ ਗਰਕ ਕਰਦਾ। ਹੋਰ ਤਾਂ ਸਾਰਾ ਠੀਕ ਹੈ। ਸਤਿਗੁਰੂ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਜਿਨ੍ਹਾਂ ਪ੍ਰੇਮੀਆਂ ਵੱਲੋਂ ਮਾਇਆ ਖਜ਼ਾਨੇ ਭਰਪੂਰ ਕਰਨ, ਕਾਲ ਕੰਟਕ ਦੂਰ ਕਰਨ, ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।